KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:28 ਹੋਏ ਅੱਜ ਤੇ 26 ਅਗਸਤ ਹੈ ਤੇ ਵਰਾ 2021 ਦਾ ਵੀਰਵਾਰ ਹੈ। 11 ਹੋ ਗਿਆ ਭਾਦੋਂ ਤੇ ਨਾਨਕਸ਼ਾਹੀ ਸੰਮਤ 553। ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲੇ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਕਿ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਛਾਪਾਖਾਨਾ ਇੱਥੇ ਲਾਉਣ ਦੀ ਫਿਰ ਤਿਆਰੀ ਹੋ ਰਹੀ ਹੈ। ਸ਼ਰਾਰਤ ਜਿਹੜੀ ਪੂਰੀ ਫੇਰ ਇਸ ਵਾਰ ਮੀਡੀਆ ਸ਼ਰਾਰਤ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਹਦੇ ਲਈ ਗੱਲਬਾਤ ਕਰਨਾ ਹੈ ਤੇ ਉਸ ਤੋਂ ਬਾਅਦ ਕਿ ਲੋਕਲ ਗੁਰਦੁਆਰਾ ਕਮੇਟੀਆਂ ਨੇ ਤੇ ਅੰਟੈਰੀਓ ਗੁਰਦੁਆਰਾ ਕਮੇਟੀਆਂ ਨੇ ਜਗੀਰ ਕੌਰ ਬੀਬੀ ਨੂੰ ਇੱਕ ਚਿੱਠੀ ਲਿਖੀ ਹੈ। ਚਿੱਠੀ 'ਚ ਕੀ ਲਿਖਿਆ ਨਾਲ ਇਹਦੇ ਵਿੱਚ ਜਿਹੜਾ ਪੂਰੀ ਸਟੋਰੀ 2007 ਤੋਂ ਸਤਨਾਮ ਟਰਸਟ ਨੇ ਕਿਵੇਂ ਸੰਦੂਖਾਂ ਦੇ ਵਿੱਚ ਟਰੰਕਾਂ 'ਚ ਲੋਹੇ ਦਿਆਂ 'ਚ ਬੰਦ ਕਰਕੇ ਗੁਰੂ ਗ੍ਰੰਥ ਸਾਹਿਬ ਲਿਆਂਦੇ ਤੇ ਨਾਲ ਤੁਹਾਨੂੰ ਯਾਦ ਹੈ ਕਿ ਦਿੱਲੀ ਦੀ ਕਮੇਟੀ ਨੇ ਜਦ ਇੱਥੇ ਬੱਸ ਆਈ ਤਾਂ ਉਹਨਾਂ ਦਿਨਾਂ 'ਚ ਦਿੱਲੀ ਦੇ ਵਿੱਚ ਇੱਕ ਕੰਟੇਨਰ ਹੋਰ ਫੜਿਆ ਸੀ। ਇਹ ਜਗਤ ਜੋਤ ਚਵਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਵਪਾਰ ਦੇ ਤੌਰ ਤੇ ਆਪਾਂ ਕਰ ਰਹੇ ਹਾਂ। ਦੁਨੀਆ ਦਾ ਸਭ ਤੋਂ ਸਾਡਾ ਸਾਂਝਾ ਗੁਰੂ ਜਦ ਆਪਾਂ ਕਹਿਣਾ ਵੀ ਹਾਂਜੀ ਭੇਟਾ ਮੈਂ ਬੇਟਾ ਕੋਈ ਨਹੀਂ ਆਪਣੇ ਦਿਲ ਦੇ ਨਾਲ ਦੇ ਦਿਓ, ਫਿਰ 5000 ਤੋਂ ਘੱਟ ਨਹੀਂ ਅਸੀਂ ਦੇਣਾ। ਇਸ ਦੀ ਗੱਲ ਕਿ ਜ਼ਰੂਰਤ ਕਿਉਂ ਹੈ ਤੇ ਸਾਰੀਆਂ ਸਿੱਖ ਜਥੇਬੰਦੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਐਤਵਾਰ ਨੂੰ 11 ਵਜੇ ਇਕੱਠੀਆਂ ਹੋ ਰਹੀਆਂ। ਸੰਗਤ ਨੂੰ ਵੀ ਖੁੱਲਾ ਸੱਦਾ ਉਹਨਾਂ ਨੇ ਦਿੱਤਾ ਵੀ 11 ਵਜੇ ਪਹੁੰਚੋ, ਆਪਣੇ ਦਿਲ ਦੀ ਜਿਹੜੀ ਵੀ ਗੱਲ ਆ ਜ਼ਰੂਰ ਕਰੋ। ਤੇ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਸ੍ਰੀ ਡੈਲਟਾ 'ਚ ਇਹ ਹਰ 5-7 ਮਹੀਨਿਆਂ ਬਾਅਦ, ਸਾਲ ਬਾਅਦ, ਖਾਸ ਤੌਰ ਤੇ ਵੋਟਾਂ ਦੇ ਸਮੇਂ ਕੋਈ ਨਾ ਕੋਈ ਇਹੋ ਜਿਹੀ ਘਟਿਤ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਤੇ ਇਸ ਤੇ ਗੱਲਬਾਤ ਕਰਨ ਲਈ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਸਾਹਿਬਾਨ ਦੀਆਂ ਸਾਰੇ ਕਮੇਟੀਆਂ ਮੁੱਖ ਸੇਵਾਦਾਰ 11 ਵਜੇ ਇਸ ਐਤਵਾਰ ਨੂੰ ਇਕੱਠੇ ਹੋ ਰਹੇ ਨੇ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਸਰੀ ਡੈਲਟਾ। ਸਾਰਿਆਂ ਨੂੰ ਖੁੱਲਾ ਸੱਦਾ ਪ੍ਰਧਾਨ ਸਾਹਿਬ ਨੇ ਨਿੱਜਰ ਹੋਣਾ ਨੇ ਦੱਸਿਆ, ਸਰਦਾਰ ਗੁਰਿੰਦਰ ਸਿੰਘ ਸੰਘਾ ਹੋਰਾਂ ਨੇ ਦੱਸਿਆ ਕਿ 11 ਵਜੇ ਅਸੀਂ ਇਕੱਠੇ ਹੋ ਰਹੇ ਹਾਂ। ਆਪਾਂ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਮਸਲੇ ਬਾਰੇ ਗੱਲਬਾਤ ਕਰਨ ਲਈ ਇਹਦਾ ਫਸਤਾ ਪੱਕਾ ਕਿਵੇਂ ਵੱਢਿਆ ਜਾਵੇ। ਹਰ ਤੀਜੇ ਦਿਨ ਜਿਹੜੀ ਸ੍ਰੀ ਚੱਕ ਹੁੰਦੀ ਹੈ, ਇਹਦਾ ਕਾਰਨ ਕੀ ਹੈ, ਇਸ ਤੇ ਗੱਲ ਕਰਨ ਲਈ ਉਹ ਚਿੱਠੀ ਵੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ। ਅਗਲੇ ਹਿੱਸੇ 'ਚ ਕੁਛ ਤੁਹਾਡੀਆਂ ਕਾਲਸ ਵੀ ਲਵਾਂਗਾ। ਤੇ ਫਿਰ ਮੈਡੀਕਲ ਸਿਸਟਮ ਕੈਨੇਡਾ ਜੀ ਦੇ ਕਰਕੇ ਅਸੀਂ ਛਾਲਾਂ ਮਾਰਦੇ ਹਾਂ, ਮੈਡੀਕਲ ਫਰੀ ਆ, ਮੈਡੀਕਲ ਸਿਸਟਮ ਬਹੁਤ ਸਿਰੇ ਆ। ਮੈਡੀਕਲ ਸਿਸਟਮ ਕਿਵੇਂ ਵਰਕਆਊਟ ਕਰ ਰਿਹਾ, ਇਸ ਤਰ੍ਹਾਂ ਦੀ ਵੇਟ ਹੈ, ਕਿਵੇਂ 2-2 ਘੰਟੇ, 1.5 ਘੰਟੇ ਤੁਸੀਂ ਲਾਈਫ ਲੈਬ ਦੇ ਵਿੱਚ ਬਹਿਨੇ ਹੋ। ਕਿਵੇਂ ਜੇ ਫਲਾਈ ਕਰਨਾ ਹੈ ਤਾਂ ਲਾਈਫ ਲੈਬ ਵਾਲੇ 230 $240 ਡਾਲਰ ਕਿਵੇਂ ਮੜੁੱਛਦੇ ਆ ਬੰਦਿਆਂ ਤੇ ਦੂਜੇ ਬੰਨੇ ਫਰੀ ਹੈ। ਉਹ ਕਹਿ ਦੋ ਜਾ ਕੇ ਖੰਘ ਹੁੰਦੇ ਕਹਿੰਦੇ ਫਰੀ ਹੈ ਤੇ ਕਹਿੰਦੇ ਫਲਾਈ ਕਰਨਾ ਕਹਿੰਦੇ ਰੱਖ 230 ਇੱਥੇ ਬਿੱਲੀ ਦੇ ਕੰਨ ਅਰਗੇ। ਇਹ ਸਿਸਟਮ ਜਿਹੜਾ ਐਕਸਪਲੋਇਟੇਸ਼ਨ ਕਿਵੇਂ ਆ, ਅਸਲ ਬਹੁਤ ਵੱਡਾ ਇੱਕ ਜਿਹੜਾ ਨਾ ਸੈਟਅਪ ਹੈ। ਜਿਵੇਂ ਅੱਜ ਮੈਂ ਪਹਿਲੇ ਪ੍ਰੋਗਰਾਮ ਤੇ ਦੱਸਦਾ ਸੀ ਨਾ, ਭੰਗ ਦੇ ਸੌਦਾਗਰ ਨੇ ਜਿਹੜੇ, ਉਹਨਾਂ 'ਚ ਬਹੁਤ ਜ਼ਿਆਦਾ ਨੇ ਜਿਹੜੇ ਰਾਜਨੀਤਿਕ ਨੇ, ਬਹੁਤ ਨੇ ਪੁਲਿਸ ਚੀਫ, 7-8 ਤਾਂ ਪੁਲਿਸ ਚੀਫ ਨੇ ontario ਪ੍ਰੋਵਿੰਸ਼ੀਅਲ ਪੁਲਿਸ ਦੇ, RCMP ਦੇ ਅਸਿਸਟੈਂਟ ਕਮਿਸ਼ਨਰ, ਸਾਰੇ ਹੁਣ ਕੰਸਲਟੈਂਟ ਬਣੇ ਹੋਏ ਨੇ। ਇੱਥੇ ਵੀ ਲੋਕਲ ਵੀ ਵੇਖੋ ਵੀ ਕਿਹੜੇ ਰਾਜਨੀਤਿਕ ਨੇ, ਕਿੰਨੇ ਲੋਕਲ MPਆਂ ਨੇ ਇਨਵੈਸਟਮੈਂਟ ਕੀਤਾ ਹੋਇਆ ਭੰਗ 'ਚ, ਕਿੰਨੇ ਉਹਨਾਂ ਦੇ ਚੇਲਿਆਂ ਨੇ ਭੰਗ 'ਚ ਇਨਵੈਸਟ ਕੀਤਾ ਹੋਇਆ ਸਰੀ ਦੇ ਵਿੱਚ। ਇਹਦੇ ਬਾਰੇ ਪਤਾ ਕਰੋ ਕੀ ਕਹਾਣੀ ਹੈ। ਜਦ ਦਰ ਤੇ ਆਉਂਦੇ ਨੇ ਪੁੱਛੋ ਵੀ ਭੰਗ 'ਚ ਕਿੰਨੇ ਕੁ ਪੈਸੇ ਲਾਏ ਨੇ, ਤੁਹਾਡਾ ਫਲਾਣਾ ਚੇਲਾ ਸਾਨੂੰ ਵੇਚਦਾ ਗਿਆ ਸ਼ੇਅਰ। ਇਹਦੇ ਤੇ ਗੱਲ ਕਰੋ। ਇਹ ਸਮਾਂ ਹੈ ਤੁਹਾਡਾ ਸਵਾਲ ਪੁੱਛਣ ਦਾ। 144 247 1550। ਕਿਰਦਾਰ ਨੇ ਵਿਕਾਊ, ਇਮਾਨ ਵਿਕ ਰਹੇ ਨੇ, ਹੁਣ ਤਾਂ ਸ਼ਰੇ ਬਾਜ਼ਾਰੀ ਇਨਸਾਨ ਵਿਕ ਰਹੇ ਨੇ। ਨਾ ਦਰਦ ਕੋਈ ਜਾਣੇ ਨਾ ਰੋਗ ਨੂੰ ਪਛਾਣੇ, ਸ਼ਹਿਰ ਵਿੱਚ ਮਸੀਹੇ ਲੁਕਮਾਨ ਵਿਕ ਰਹੇ ਨੇ। ਹਬਸਾਂ ਦੇ ਦੌਰ ਅੰਦਰੇ ਹਾਦਸਾ ਸੀ ਹੋਣਾ, ਦਿਲ ਜਾਨ ਰੀਝਾਂ ਸਦਰਾਂ ਅਰਮਾਨ ਵਿਕ ਰਹੇ ਨੇ। ਇਹ ਸ਼ਹਿਰ ਪੱਥਰਾਂ ਦਾ ਪੱਥਰ ਹੀ ਪੂਜਦਾ ਹੈ, ਇੱਥੇ ਗਲੀ ਗਲੀ ਵਿੱਚ ਭਗਵਾਨ ਵਿਕ ਰਹੇ ਨੇ। ਤੂੰ ਮੈਂ ਤਾਂ ਆਮ ਵਸਤੂ ਕੀ ਆਪਣੀ ਹੈ ਹਸਤੀ, ਚਾਂਦੀ ਦੇ ਪੰਨਿਆਂ ਤੇ ਵਿਦਵਾਨ ਵਿਕ ਰਹੇ ਨੇ। ਸਰਤਾਜ ਤਖਤ ਸ਼ੋਹਰਤ ਸਨਮਾਨ ਮਾਨ ਕੀ ਥਾਂ ਥਾਂ ਔਰ ਟਕੇ ਟਕੇ 'ਚ ਧਨਵਾਨ ਵਿਕ ਰਹੇ ਨੇ। ਥਾਂ ਥਾਂ ਟਕੇ ਟਕੇ 'ਚ ਧਨਵਾਨ ਵਿਕ ਰਹੇ। ਹਰਦਮ ਸਿੰਘ ਮਾਨ ਲਿਖਦੇ ਆ,
11:40 होया जी। एक ब्रिटिश कोलंबिया गुरुद्वारा कौंसल ते अंटैरियो गुरुद्वारा कमेटी, ऑटवा सिख सोसाइटी, गुरुद्वारा गुरु नानक दरबार मॉन्ट्रियल, गुरुद्वारा दशमेश दरबार हैलीफैक्स, बीबी जगीर कौर नूं उन्होंने एक चिट्ठी लिखी है जिहदे विच श्रोमणी गुरुद्वारा प्रबंधक कमेटी वालों बाहरले देशों च गुरु ग्रंथ साहिब जी की सरूपां की छपाई के ऐलान संबंधी, जिस कमेटी वालों ऐलान किया गया कि बाहरले देशों च पावन सरूपां की छपाई होएगी। ते बयान है कि बाहर देशों च लोड़ बहुत है, जिहड़े व्यक्ति इस दे विच मेन काम करना चाहते हैं, जिन्हां च नौ रमन सिंह मलक, बलवंत सिंह पंधेर दा, ते उन्हां तो प्रभावित होए कुछ लोग ते सलाहकार कह रहे हैं कि संगतां विच गुरु ग्रंथ साहिब दे पावन स्वरूप घर विच सुशोभित करन लई मंग बहुत है। इस गल च भोरा भी सच्चाई नहीं। अजे तक साडे कोल सिख संगत दे विचों किसी सिख परिवार ने गुरु ग्रंथ साहिब दे पावन स्वरूप घर च सुशोभित करने की कोई मंग नहीं की। जिन्हां दे घरां च सुशोभित ने उन्हां चों बहुत स्वरूप ने जिहड़े गुरु घर दे विच जिहड़े ने ओह वापस लिया रहे हैं, क्योंकि बहुत सत्कार की, बहुत सचिम की लोड़ है। ते वो कहते पहला ये ढांचा बनाओ कि जिस गुरु साहिब जी के सत्कार कायम रखने लई पावन स्वरूपों की गिणती ते सेवा करने वाले परिवारों को एजुकेशन ते पहला ट्रेनिंग दी जाए। कहते असीं तकरीबन 20 गुरुद्वारा साहिबाना वालों आप जी नूं पत्र संबोधन कर रहे हैं कि अनेका होर पंथक जथेबंदियां भी इस विषय के नाल ने कि सर्व उच्चता श्री अकाल तख्त साहिब जी उन्होंने समर्पित सी, ते दूजे बन्ने इन्हां नूं गुरु ग्रंथ साहिब जी श्री अकाल तख्त साहिब ते सिख संगत का कोई डर जां भै नहीं। ये मुड़ मुड़ के कहानी हुंदी। पिछले साल 2020 दे विच उन्होंने सारा जिहड़ा दस्सिया भी किवें घर च जाके छपाई वाली मशीनां पावन स्वरूप गुरुद्वारा साहिबान जिहड़े ने ओह गुरु नानक साहिब गुरुद्वारा साहिब सरी दे विच जिहड़े इह लैके आए। कहते भी ये बंदे कहते हैं साडियां जड़ां बहुत मजबूत ने। सानूं पता सी जथेदार श्रोमणी कमेटी प्रधान श्रोमणी कमेटी मैंबरां राजनीतिक लीडरां तो छपाई की मंजूरी किवें लैणी है ते लैके रहां। तो ये हुण एक बन्ने दोने धिरां ते एक बन्ने सिख संगत है गुरुद्वारा साहिब दीयां कमेटियां ते उस ते ये गल चल रही। अखीर च उन्होंने कहा है कि इन्हां व्यक्तियों वालों लंबा इतिहास है कि जिसमें लगातार उन्हें श्री गुरु ग्रंथ साहिब जी के महाराज के स्वरूपों को गलत तरीके से ट्रांसपोर्ट करने की कोशिश की, कई बार रोके गए। उन्होंने थले थले अकाल सहाय भाई मोनिंदर सिंह बुलारा BC गुरुद्वारा कौंसल, भाई अमरजीत सिंह मान बुलारा अंटारियो गुरुद्वारा कमेटी। अगस्त 30 2020 की सारा पता तुहानू भी किस तरह ये गल हुई है। अगस्त दे विच नोटिस जिहड़े जारी किए गए ने, उस तो बाद जिवें जिवें कद कद की होया उसकी गल बस दे दियां फोटोआं 400 तो प्लस जिहड़े गुरु साहिब दे स्वरूप 2014 च नवंबर च इंडिया तो किवें लियांदी गए अनअकंपनीड पैसेंजर बस च लोड करके वैनकूवर च लैके आ गए। बस जिहड़ी डैमेज हो गई, पोर्ट ते खड़ी रही। 400 प्लस स्वरूप बहुत दिन जिहड़े उत्थे रहे, क्लीयरेंस ना दित्ती जा रही सी। ते उस तो बाद श्री अकाल तख्त साहिब जी के हुक्मां दी उलंघना है। गुरु ग्रंथ साहिब जी दे जिहड़े ट्रांसपोर्टेशन जिहड़ी करनी है कंटेनर दे विच मनजीत GK
ਇਹਦੇ ਵਿੱਚ ਇਨਵੋਲਵ ਸੀ ਜੀ ਚੇਕਿਆ। ਤੇ ਉਸ ਤੋਂ ਬਾਅਦ ਬੱਸ ਦੀਆਂ ਫੋਟੋਆਂ ਨੇ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅੱਗੇ ਪਿੱਛੇ ਫੋਟੋਆਂ, ਤੇ ਇੱਕ ਦੇ ਮੂਹਰੇ ਵਿੰਡਸਰ ਬੱਸ ਦੇ ਲਿਖਿਆ, ਇੱਕ ਨੀਲੀ ਹੈ। ਤੇ ਜਿਹੜੀ ਇਹ ਬੱਸਾਂ ਦੀਆਂ ਫੋਟੋਆਂ, ਬੱਸ ਦੀ ਫੋਟੋ ਹੈ। ਤੇ ਇਸੇ ਤਰ੍ਹਾਂ ਹੀ ਅਪ੍ਰੈਲ 2014 ਚ 100 ਸਰੂਪ ਗੁਰੂ ਸਾਹਿਬ ਜੀ ਦੇ ਤੇ ਸ਼ਿਪਿੰਗ ਕੰਟੇਨਰ ਦੇ ਵਿੱਚ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਨਾਮ ਐਜੂਕੇਸ਼ਨ ਟਰਸਟ ਨੂੰ ਭੇਜੇ ਗਏ। ਇਹ ਕੰਟੇਨਰ ਜਿਹੜਾ ਲੋਕਲ ਸੰਗਤ ਨੇ ਘੇਰ ਲਿਆ ਸੀ, ਤੁਹਾਨੂੰ ਦੱਸਿਆ। ਉਸ ਆਰਗੇਨਾਈਜੇਸ਼ਨ ਦੇ ਵਿੱਚ ਨੂੰ ਆਪਾਂ ਆਪਣੇ ਪ੍ਰੋਗਰਾਮ 'ਚ 2014 ਦੇ ਵਿੱਚ ਇੰਟਰਵਿਊ ਕੀਤਾ ਸੀ। ਉਸ ਤੋਂ ਬਾਅਦ ਰਕਾਬਗੰਜ ਸਾਹਿਬ ਗੁਰਦੁਆਰਾ ਸਾਹਿਬ ਦਿੱਲੀ ਬਾਹਰ ਕਿਤੇ ਹਜ਼ਾਰ 'ਚ ਖੜਾ ਸੀ ਕੰਟੇਨਰ, ਤੇ ਪਤਾ ਲੱਗ ਗਿਆ ਤੇ ਇਹ ਦੁਬਾਰਾ ਰਕਾਬਗੰਜ ਦੇ ਵਿੱਚ ਲੈ ਕੇ ਗਏ। ਤੇ 2014 ਦਾ ਅਕਾਲ ਤਖ਼ਤ ਸਾਹਿਬ ਦਾ ਲੈਟਰ, ਤੇ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਕੰਟੇਨਰ ਦੇ ਵਿੱਚ ਗੁਰੂ ਮਹਾਰਾਜ ਦੇ ਸਰੂਪ ਲਾਹੇ ਜਾਣ, ਫੋਟੋਆਂ ਕੰਟੇਨਰ ਦੀਆਂ। ਤੇ ਉਹਦੇ ਬਾਅਦ ਭਾਈ ਅਮਰੀਕ ਸਿੰਘ ਅਜਨਾਲਾ ਤੇ ਲੋਕਲ ਸੰਗਤ ਜਿਨ੍ਹਾਂ ਨੇ 2014 ਚ ਕੰਟੇਨਰ ਜਿਹੜੇ ਦੇ ਵਿੱਚੋਂ ਸਰੂਪ ਜਿਹੜੇ ਲਾਹੇ। 2016 ਤੋਂ 19 ਤੱਕ ਗੁਰਦੀਪ ਮਲਕ ਹੈ ਜਿਹੜਾ ਇਸੇ ਚਿੱਠੀ 'ਚ ਲਿਖਿਆ, ਕੈਲੀਫੋਰਨੀਆ ਬੇਸਡ ਆ, ਰੁਪਦਮਨ ਮਲਕ ਦਾ ਭਾਈ ਹੈ। ਤੇ ਉਹ ਪਤਾ ਲੱਗਿਆ ਕਿ ਚਾਈਨੀਜ਼ ਪ੍ਰਿੰਟਡ ਸਰੂਪ ਨੇ ਜਿਹੜੇ ਉਹ ਡਿਸਟਰੀਬਿਊਟ ਕਰ ਰਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਾਲਸਾ ਕੇਅਰ ਫਾਊਂਡੇਸ਼ਨ ਤੋਂ, ਜਿਹੜਾ ਉਹ ਖੁਦ ਆਪਰੇਟ ਕਰਦਾ ਸਦਰਨ ਕੈਲੀਫੋਰਨੀਆ 'ਚ। ਤੇ ਇਹ ਸਰੂਪ ਜਿਹੜੇ ਨੇ, ਇਹ ਕਾਪੀਜ਼ ਜਿਹੜੀਆਂ ਚਾਈਨਾ 'ਚ ਪ੍ਰਿੰਟ ਹੋਈਆਂ, ਕੈਲੀਫੋਰਨੀਆ ਰੈਜ਼ੀਡੈਂਟ ਇੱਕ ਥਮਿੰਦਰ ਆਨੰਦ ਦੇ ਰਾਹੀਂ। ਥਮਿੰਦਰ ਆਨੰਦ ਐਡਵਰਟਾਈਜ਼ਿੰਗ ਜਿਹੜਾ ਸ਼ਿਪਿੰਗ ਕਰਦਾ ਫ੍ਰੀ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਇਆ ਮੇਲ ਤੇ ਪਾਰਸਲ, ਫ੍ਰੀ ਗੁਰੂ ਗ੍ਰੰਥ ਸਾਹਿਬ, ਉਹਦੀ ਵੀ ਫੋਟੋ ਹੈ, ਆਨੰਦ ਦੀ ਵੀ ਫੋਟੋ। ਸੋ ਇਹ ਜਿਹੜਾ ਨਾਲ ਉਸ ਦਾ ਰਿਕੁਐਸਟ ਫਾਰਮ ਹੈ ਜਿਹੜਾ sikkhiLink.com ਤੇ, ਜਿਹਦੇ ਵਿੱਚ ਦੱਸਿਆ ਗਿਆ ਕਿ ਮਹਾਰਾਜ ਦੇ ਸਰੂਪ ਦੱਸੋ ਕਿੱਥੇ ਭੇਜਣਾ, ਫ੍ਰੀ ਸ਼ਿਪਿੰਗ, ਉਹਦੀ ਫੋਟੋ ਨਾਲ ਹੈ। ਫ੍ਰੀ ਡਿਸਟਰੀਬਿਊਸ਼ਨ ਆਫ ਸਰੂਪਸ 2012 ਤੋਂ, ਉਹਦੀ ਵੈਬਸਾਈਟ ਹੈ sikkhiLink.com। 2016 ਤੋਂ ਉਹਨੇ ਸ਼ੁਰੂ ਕੀਤੀ ਕਿ ਚਾਈਨੀਜ਼ ਪ੍ਰਿੰਟਡ ਸਰੂਪਸ। ਤੇ ਸੋ ਇਹ ਜਿਹੜਾ ਕੁਝ ਚੱਲ ਰਿਹਾ ਇਸ ਤੇ ਉਸ ਤੋਂ ਬਾਅਦ ਚਾਈਨਾ ਦੇ ਵਿੱਚ ਜਿਹੜੇ ਮਹਾਰਾਜ ਦੇ ਸਰੂਪ ਛਪੇ ਨੇ, ਤੇ ਉਹ ਉਸ ਦੀ ਵੀ ਪਿਕਚਰ ਹੈ। ਤੇ ਇਹ ਜਿਹੜਾ ਕੁਝ ਪਲਾਸਟਿਕ ਟਾਈਪ ਜਿਹੜਾ ਮਟੀਰੀਅਲ ਆ, ਸ਼ਰਿੰਕ ਰੈਪਡ, ਤੇ ਸੋ ਇਹ ਜਿਹੜਾ ਕੁਝ ਜਿਹੜਾ ਧੱਕੇ ਨਾਲ ਮਹਾਰਾਜ ਦੇ ਸਰੂਪਾਂ ਦੀ ਗੱਲ ਚੱਲ ਰਹੀ ਆ ਵੀ ਘਰਾਂ 'ਚ ਚਾਹੀਦੇ ਨੇ, ਘਰਾਂ 'ਚ ਚਾਹੀਦੇ ਨੇ। ਤੇ 2007 ਦੇ ਵਿੱਚ ਵੀ ਇਹ ਸਰੂਪ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੰਟੇਨਰ ਦੇ ਵਿੱਚੋਂ ਲਾਹੇ, ਇਹ ਵੀ ਦਿੱਲੀ ਦੇ ਵਿੱਚ ਵੱਡੇ ਵੱਡੇ ਟਰੰਕਾਂ ਦੇ ਵਿੱਚ ਪਾਏ ਹੋਏ ਸੀ, ਲੋਹੇ ਦੇ ਜਿਹੜੇ ਟਰੰਕ, ਤੇ ਉਹਦੀਆਂ ਵੀ ਫੋਟੋਆਂ ਨੇ। ਸੋ ਇਹ ਜਿਹੜੀ ਕਹਾਣੀ ਹੈ ਹੁਣ ਇਹਦੇ ਵਿੱਚ ਸਾਰਾ ਕੁਝ ਉਹਨਾਂ ਨੇ ਲਿਖ ਕੇ ਜਿਹੜਾ ਇਹ 'ਚ ਪਾਇਆ ਹੋਇਆ, ਤੇ ਇਹ ਚਿੱਠੀ ਭੇਜੀ ਆ। ਹੁਣ ਇੱਕ ਬੰਨੇ ਕੌਮ ਹੈ ਜਿਹੜੇ ਮੁੜ ਮੁੜ ਕੇ ਜਦ ਇਹ ਕੋਸ਼ਿਸ਼ ਹੁੰਦੀ ਆ ਉਸ ਨੂੰ ਰੋਕਦੀ ਹੈ। ਇੱਕ ਬੰਨੇ ਇਹ ਬੰਦੇ ਨੇ ਜਿਹੜੇ ਕਹਿੰਦੇ ਨੇ ਵੀ ਮਹਾਰਾਜ ਦੇ ਸਰੂਪ ਘਰ ਘਰ ਪਹੁੰਚਾਉਣੇ, ਇਹ ਸਾਡੀ ਦਿਲ ਦੀ ਤਮੰਨਾ ਜੀ ਵੀ ਇਹ ਮਹਾਰਾਜ ਦੇ ਸਰੂਪ ਅਸੀਂ ਛਾਪਣੇ। ਇਹਦੇ ਤੇ ਹੁਣ ਮੇਰੇ ਖਿਆਲ ਇਹ ਕੱਲਾ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਦਾ ਡਿਸੀਜ਼ਨ ਜਾਂ ਇਹ ਕੌਮ ਨੂੰ ਰਲ ਕੇ ਇੱਥੇ ਬਹਿਣਾ ਚਾਹੀਦਾ। ਪਰ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ, ਗੁਰਦੁਆਰਾ ਦਸ਼ਮੇਸ਼ ਦਰਬਾਰ ਹੈਲੀਫੈਕਸ, ਆਟਵਾ ਸਿੱਖ ਸੁਸਾਇਟੀ, ਗੁਰਦੁਆਰਾ ਗੁਰੂ ਨਾਨਕ ਦਰਬਾਰ ਮੌਂਟਰੀਅਲ, ਅੰਟੈਰੀਓਜ਼ ਗੁਰਦੁਆਰਾ ਕਮੇਟੀ, ਉਹਨਾਂ ਦੇ ਦਸਤਖਤ ਨੇ ਦੋਨੇ ਰਿਪਰੈਜ਼ੈਂਟੇਟਿਵ ਦੇ, ਅਮਰਜੀਤ ਸਿੰਘ ਮਾਨ ਬੁਲਾਰਾ ਅੰਟੈਰੀਓ ਗੁਰਦੁਆਰਾ ਕਮੇਟੀ, ਭਾਈ ਮਨਿੰਦਰ ਸਿੰਘ ਬੁਲਾਰਾ BC ਗੁਰਦੁਆਰਾ ਕੌਂਸਲ। ਤੇ ਇਹ ਹੁਣ ਦੁਬਾਰਾ ਫੇਰ ਇਸ ਨੂੰ ਗੱਲ ਨੂੰ ਤੋਰਿਆ ਹੋਇਆ।
ਇਹ ਕੌਣ ਤੋਰਦਾ, ਕਿਸ ਰਾਹੀਂ ਤੋਰੀ ਜਾਂਦੀ ਹੈ, ਮੀਡੀਆ 'ਚ ਕਿਵੇਂ ਇਨਵੋਲਵ ਹੁੰਦਾ, ਇਸ ਦੀ ਗੱਲ ਤੇ ਨਿਗਾਹ ਰੱਖਣ ਦੀ ਲੋੜ ਹੈ। ਸੋ ਇਸ ਐਤਵਾਰ ਨੂੰ ਇਕੱਠੇ ਸਾਰੇ ਹੋ ਰਹੇ ਨੇ 11 ਵਜੇ ਗੁਰੂ ਨਾਨਕ ਸੇ ਗੁਰਦੁਆਰਾ ਸਾਹਿਬ ਸਰੀ ਦਲ ਤੱਕ। ਅਸਲ ਕਹਾਣੀ ਕਿੱਥੇ ਵਿਗੜਦੀ ਹੈ? ਕਹਾਣੀ ਵਿਗੜਦੀ ਹੈ ਟੋਟਰੂਆਂ ਤੇ, ਜਿਹੜੇ ਇਸ ਇਕੱਠ 'ਚ ਵੀ ਆਉਣਗੇ ਤੇ ਇਹਨਾਂ ਵਪਾਰੀਆਂ ਦੇ ਚਰਨਾਂ 'ਚ ਵੀ ਬਹਿੰਦੇ ਜਾ ਕੇ। ਚੈਲੰਜ ਹੁੰਦੀ ਆ ਉੱਥੇ ਗੱਲ, ਫਿਰ ਲੱਤਾਂ ਕੰਬਦੀਆਂ ਨੇ, ਪ੍ਰਧਾਨਗੀ ਵੀ ਲੈਣੀ ਆ, ਹੱਥਾਂ ਦੇ ਵਿੱਚ ਸ੍ਰੀ ਸਾਹਿਬਾਂ ਵੀ ਫੜਨੀਆਂ ਨੇ, ਗੋਲ ਦਸਤਾਰੇ ਵੀ ਸਜਾਉਣੇ ਨੇ, ਖਾਲਿਸਤਾਨ ਦੇ ਨਾਅਰੇ ਵੀ ਲਾਉਣੇ ਨੇ। ਫਿਰ ਜਦ ਸੱਚ ਦੀ ਗੱਲ ਹੁੰਦੀ ਆ ਫਿਰ ਲੱਤਾਂ ਕੰਬਦੀਆਂ, ਕੀ ਲੈਣਾ ਅਸੀਂ, ਕੀ ਲੈਣਾ ਨਾ, ਨਹੀਂ ਲੈਣਾ ਹੈ ਤੇ ਫਿਰ ਹਟੋ, ਪਰਾਂ ਹੋਵੋ, ਆਮ ਸਿੱਖ ਵਾਂਗੂ ਰਹੋ। ਜੇ ਜਥੇਦਾਰੀਆਂ ਭੋਗਣੀਆਂ ਤਾਂ ਪੈਰ ਗੱਡਣੇ ਪੈਣੇ ਨੇ, ਚੇਲੇ ਬਾਲ ਕੇ ਵੀ ਬਣਨਾ ਹੈ, ਨੌਕਰੀਆਂ ਵੀ ਲੈਣੀਆਂ ਨੇ ਇੰਸਟੀਚਿਊਟ ਦੇ ਵਿੱਚ, ਉੱਧਰ ਵੀ ਘੁੰਮਣਾ ਇੱਧਰ ਵੀ ਘੁੰਮਣਾ। ਫਿਰ ਤੁਹਾਡੀਆਂ ਕਾਰਾਂ ਰਾਤ ਨੂੰ ਰਾਹ ਛੱਡ ਜਾਂਦੀਆਂ, ਫਿਰ ਕਾਰਾਂ ਨਹੀਂ ਤੁਹਾਡੀਆਂ ਤੁਰਦੀਆਂ ਤੇ ਤੁਹਾਨੂੰ ਐਡਰੈਸ ਨਹੀਂ ਲੱਭਦੇ। ਜਿਹੜੇ ਕੀਲੇ ਤੇ ਖੜੇ ਨੇ ਸਿੰਘਾਂ ਨੂੰ ਤੇਲ ਲਾ ਕੇ, ਉਹਨਾਂ ਨੂੰ ਕਦ ਹਲ ਨੂੰ ਜੋੜਨਾ, ਤੁਸੀਂ ਕੀ ਕਰਾਉਣਾ? ਜਾਂ ਤੁਸੀਂ ਵਪਾਰੀ ਹੋ ਨਾਲ, ਤੁਸੀਂ ਘਰ ਵੇਚਣੇ ਨੇ, ਘਰ ਖਰੀਦਣੇ ਨੇ, ਪੈਸੇ ਦੀ ਤੁਹਾਡੇ ਤੇ ਦਬਸ਼ ਹੈ, ਪਰਾਂ ਹਟੋ। ਫਿਰ ਜਿਹੜੇ ਕਰਦੇ ਨੇ ਉਹ ਕਰਨ। ਇੱਥੇ ਤੱਕ ਗੱਲ ਇਹ ਤਾਂ ਵਧੀਆ ਕਿ ਜਿਹੜੇ ਸੋ ਕਾਲ ਪਹਿਲਾਂ ਪ੍ਰਬੰਧਕ ਸੀ ਉਹਨਾਂ ਦੀਆਂ ਜਿਹੜੀਆਂ ਦੂਰੀਆਂ ਨੀਤੀਆਂ ਨੇ, ਜਗਾੜ ਬੰਨੀ ਬੈਠੇ ਚਿੱਟੇ ਬਗਲੇ ਜਿਹੜੇ ਨਾ, ਉਹ ਸੱਚ ਕਰੀ ਬੈਠੇ ਨੇ ਕੰਮ। ਪਹਿਲਾਂ ਤਾਂ 10-15 ਸਾਲ ਉਹੀਓ ਇਹ ਦਬਸ਼ 'ਚ ਰਹੇ ਵੀ ਸਾਨੂੰ ਤਾਂ ਬੰਦੇ ਨਹੀਂ ਜੀ ਮਿਲਦੇ ਜੀ, ਫਿਰ ਬੰਦੇ ਖਾਸ ਬੰਦਿਆਂ ਨੂੰ ਮਿਲਦੇ ਆ, ਉਹਨਾਂ ਤੋਂ ਫਿਰ ਅਸੀਂ ਕੀਰਤਨੀਆਂ ਲੈਣਾ ਤਾਂ ਸਾਡੇ ਗੋਲਕ 'ਚ ਮਾਇਆ ਜਾਂਦੇ ਆ। ਗੋਲਕ ਤੁਹਾਡੀ ਗੁਰੂ ਦੀ ਗੋਲਕ ਹੈ, ਠੀਕ ਹੈ। ਬਦਕਿਸਮਤੀ ਹੈ ਵੀ ਕੁਝ ਬੰਦਿਆਂ ਨੇ ਕੁਝ ਇੰਸਟੀਚਿਊਟ ਸਾਂਭ ਲਏ, ਪਰ ਗੁਰੂ ਦੀ ਗੋਲਕ ਹੈ, ਗੁਰੂ ਦੀ ਗੋਲਕ। ਗੁਰੂ ਨੂੰ ਅਸੀਂ ਕੀ ਦੇਣਾ ਸਿੱਖ ਨੇ? ਸਾਡੇ ਘਰਾਂ 'ਚ ਲਹਿਰਾਂ ਬਹਿਰਾਂ ਮਾਲਕ ਦੀਆਂ ਬਖਸ਼ੀਆਂ ਸਾਰੀਆਂ ਚੀਜ਼ਾਂ, ਅਸੀਂ $5 ਉੱਥੇ ਮੱਥਾ ਟੇਕ ਕੇ ਮੁੱਛ ਨੂੰ ਹੋੜੇ ਦਿੰਦੇ ਹਾਂ ਅਸੀਂ। ਤੁਸੀਂ ਕੀ ਦੇ ਦੇਣਾ ਗੁਰੂ ਨੂੰ? ਗੁਰੂ ਦਾ ਕੀ ਦੇ ਦਾਂਗੇ ਅਸੀਂ? ਜਦ ਤੱਕ ਉਹ ਚਬਰ ਤਖਤ ਦੇ ਮਾਲਕ ਦਾ ਸਤਿਕਾਰ ਬਰਕਰਾਰ ਹੈ, ਜਦ ਤੱਕ ਸਿੱਖ ਬਰਕਰਾਰ ਹੈ। ਫਿਰ ਰੌਲਾ ਕੀ ਆ? ਫਿਰ 84 ਨੂੰ ਕਾਹਦੇ ਲਈ ਜੂਨ ਨਵੰਬਰ ਨੂੰ ਰੋਂਦੇ ਹੋ? ਚੰਨ ਦੇ ਫੌਜਾਂ। ਫਿਰ ਜੇ ਤੁਸੀਂ ਇੱਥੇ ਨਹੀਂ, ਇੱਥੇ ਸੱਚ ਨਹੀਂ ਬੋਲ ਸਕਦੇ, ਪੰਜਾਬ ਤੁਸੀਂ ਕੀ ਬੋਲਣਾ ਜਾ ਕੇ? ਫਿਰ ਉਹ ਕੈਂਡਲ ਲਾਈਟ ਵਿਜ਼ਨ ਤੇ ਜੂਨ ਤੇ ਨਵੰਬਰ ਤੇ ਕਾਹਦੇ ਲਈ ਗੱਲਾਂ ਕਰਦੇ ਆ? ਫਿਰ ਅਸੀਂ ਪਾਠ ਰਖਾ ਲਏ ਜੀ, ਅਸੀਂ ਆਹ ਰਖਾ ਲਏ ਵੀ ਲੋਕ ਇਕੱਠੇ ਹੋ ਕੇ ਫਿਰ ਤੁਹਾਡੇ ਗੋਲਕ ਭਰ ਦੇਣ। ਇੱਥੇ ਨਹੀਂ ਜੇ ਤੁਸੀਂ ਕਰ ਸਕਦੇ ਵੀ ਅਸੀਂ ਗੁਰੂ ਦੀ ਨਹੀਂ ਬੇਹਰਮਤੀ ਦੇਣ ਦੇਣੀ। ਕਦੇ ਤੁਸੀਂ ਸੰਦੂਕਾਂ 'ਚ ਟਰੰਕਾਂ 'ਚ ਬੰਦ, ਕਦੇ ਤੁਸੀਂ ਬੱਸਾਂ 'ਚ ਰੱਖ ਕੇ, ਤੁਹਾਡਾ ਘਰ ਦਾ ਰਾਜ ਹੈ ਇਹ, ਤੁਸੀਂ ਰੱਬ ਹੋ। ਕਿਸੇ ਕੋਲ 4 ਪੈਸੇ ਨੇ, 10 ਮਿਲੀਅਨ, 20 ਮਿਲੀਅਨ ਹੈ, ਕਿਸੇ ਦਾ 5 ਮਿਲੀਅਨ ਦਾ ਘਰ ਆ, ਕਿਸੇ ਨੇ ਲੈਣ ਜਾਣਾ, ਕਿਸੇ ਦਾ 20 ਤੁਰੇ ਫਿਰਦੇ ਆ ਇੱਥੇ ਮਿਲੀਅਨ ਨਾਲ। ਇਹਦੀ ਪਰਵਾਹ ਕਿਸੇ ਨੂੰ? ਐਵੇਂ ਦਬਸ਼ ਲਈ ਜਨ ਲਓ ਜੀ, ਫਲਾਣੇ ਨੇ 8 ਲੱਖ ਦਾ ਟਰੱਕ, ਕਿਸੇ ਨੇ 10 ਲੱਖ ਦਾ, ਕਿਸੇ ਨੇ ਰੋਲਸ ਰਾਇਸ ਲੈ ਆਂਦੀ ਉਹਨੇ, ਤੁਸੀਂ ਤੁਹਾਡੀ ਕੁਆਟਾ ਕਰੋਲਾ ਚੋਂ ਕੱਢ ਕੇ ਉਹਨੇ ਰੋਲਸ ਰਾਇਸ ਤੁਸੀਂ ਦੇ ਦੇਣੀ ਆ। ਕਾਹਦੇ ਲਈ ਡੱਫ ਵਜਾਈ ਜਾਂਦੇ ਉਹਨੇ ਪੈਸੇ ਵਾਲੇ ਬੰਦੇ ਦੀ? ਯਾਰ ਉਹਨੇ ਕੀ ਦੇ ਦੇਣਾ ਤੁਹਾਨੂੰ ਪੈਸੇ ਵਾਲੇ ਨੇ? ਰਾਜਨੀਤੀ 'ਚ ਤਾਂ ਫਲਾਣਾ ਬਈ ਫਲਾਣਾ ਪੈਸੇ ਵਾਲਾ, ਇਹਦੀ ਕੁੜੀ ਖੜ ਗਈ, ਇਹਨੂੰ ਜਿਤਾਉ, ਕਮਾਲ ਹੋ ਗਈ ਯਾਰ। ਪੈਸੇ ਵਾਲੇ ਬੰਦੇ ਤੁਹਾਡੇ ਤੇ ਕਿਉਂ? ਜਦ ਤੁਹਾਨੂੰ ਕਰਕੇ ਖਾਣਾ, ਤੁਸੀਂ ਪੈਸੇ ਵਾਲੇ ਬੰਦੇ ਦੀ ਦਬਸ਼ ਤੁਹਾਡੇ ਤੇ ਕਿਉਂ ਆਉਂਦੀ ਆ? ਇਹ ਨਹੀਂ ਸਮਝ ਆਉਂਦੀ ਯਾਰ। ਕਾਹਦੇ ਲਈ ਤੁਸੀਂ ਨਿੰਮਦੇ ਆ? ਜਿਹੜੇ ਨਿੰਮਦੇ ਆ, ਮੈਂ ਉਹਨਾਂ ਦੀ ਗੱਲ ਕਰਦਾ, ਸਾਰੇ ਨਹੀਂ ਨਿੰਮਦੇ। ਮਤਲਬ ਰੁਪਈਏ ਵਾਲਾ ਡਾਲਰ ਜਿਹਦੇ ਕੋਲ ਮਿਲੀਅਨ ਆ, ਉਹ MP ਬਣੂ, ਉਹ MLA ਬਣੂ, ਉਹ ਜਿਹੜਾ ਕੁਛ ਮਰਜ਼ੀ ਕਰੇ ਸਰੀ 'ਚ, ਜਿਹੜਾ ਕੋਈ ਮਰਜ਼ੀ ਵਿਸਫੋਟ 'ਚ ਕਰੇ। ਸਾਡੀਆਂ ਕੰਬਰੋੜਾਂ ਟੁੱਟ ਗਈਆਂ, ਤੁਸੀਂ ਇੱਥੇ ਨਹੀਂ ਬੋਲ ਸਕਦੇ ਤਾਂ ਕਿੱਥੇ ਬੋਲੋਗੇ? ਜਿਹੜੀ ਘੰਟੀ ਤੇ ਸਾਡੇ ਕਿਸੇ ਨੇ ਕਿਰਪਾਨ ਰੱਖੀ ਹੋਈ ਹੈ ਜਿਹੜੀ ਵੱਢੀ ਜਾਊ। ਗੱਲਾਂ ਕਰ ਰਹੀਆਂ ਨੇ ਅਸੀਂ ਯੋਧਿਆਂ ਦੀਆਂ, ਸ਼ਹੀਦਾਂ ਦੀਆਂ, ਪੁਰਾਤਨ ਤੇ ਵਰਤਮਾਨ ਸ਼ਹੀਦਾਂ ਦੀਆਂ। ਇੱਥੇ ਜ਼ੁਲਮ ਦੇ ਖਿਲਾਫ ਸਾਡਾ ਪੈਰ ਨਹੀਂ ਖੜਦਾ। ਇੱਕ ਦੂਜੇ ਤੋਂ ਮੂੰਹ ਲੁਕਾਓ ਕੇ ਤੇ ਫਿਰ ਗਮਸ਼ਿਆਂ ਦੇ ਵਿੱਚ ਮੂੰਹ ਲੁਕਾਉਂਦੇ ਹੋ ਤੇ ਗੱਡੀਆਂ 'ਚ ਬੈਠ ਕੇ ਦੰਦ ਕੱਢਦੇ ਹੋ ਵਿਚਾਰਾਂ ਨੂੰ। ਸਾਰੇ ਉਹਦੇ ਮੈਂ ਹੱਥ ਜੋੜ ਕੇ, ਸਾਨੂੰ ਪ੍ਰਧਾਨਗੀ ਦਵਾ ਦਿਓ ਜੀ। ਲੈ ਦੱਸ, ਤੁਸੀਂ ਪ੍ਰਧਾਨਗੀ ਲੈ ਕੇ ਕਰੋਗੇ ਕੀ? ਕਦੇ ਆਪਣੇ ਆਪ ਦੇਖਿਆ ਸ਼ੀਸ਼ੇ 'ਚ ਖੜ ਕੇ? ਪ੍ਰਧਾਨਗੀ ਪਤਾ ਪ੍ਰਧਾਨ ਕੌਣ ਹੁੰਦੇ ਨੇ? ਜਿਹੜੇ ਚਬਰ ਤਖਤ ਦੇ ਮਾਲਕ ਦੀ ਅਜ਼ਮਤ ਦੇ ਲਈ ਪੈਰ ਗੱਡਦੇ ਨੇ। ਖਿਲਾੜੀ ਤੇ ਲੰਘਣਾ ਪਊ ਜੇ ਜਥੇਦਾਰੀਆਂ ਲੈਣੀਆਂ ਨੇ ਕੌਮ ਤੋਂ। ਆਮ ਸਿੱਖ ਬਣ ਕੇ ਰਹੋ, ਪਿੱਛੇ ਖੜ ਕੇ ਹੁਣ ਛਕਿਆ ਵਾਹਿਗੁਰੂ ਕਹਿ ਕੇ ਬਾਹਰ ਆ ਗਏ।
ਇਹ ਜਿਹੜਾ ਕੰਮ ਹਰ ਸਾਲ ਕੁਛ ਨਾ ਕੁਛ ਸਿਆਪੇ 'ਚ ਸਾਨੂੰ ਪਾ ਕੇ ਇਹਦਾ ਪੱਕਾ ਬੰਨ ਨੂੰ ਕਿਉਂ ਨਹੀਂ ਬੰਨ੍ਹਦੇ ਯਾਰ। ਇੱਕ ਬੇਨਤੀ ਆ, ਕਿਸੇ ਦੇ 4 ਪੈਸਿਆਂ ਦੇ ਥੱਲੇ ਲਾ ਕੇ ਐਵੇਂ ਨਾ ਨਿਮਜਿਆ ਕਰੋ। ਕੀ ਕਿਸੇ ਨੇ ਦੇ ਦੇਣਾ ਤੁਹਾਨੂੰ? ਅਮੀਰ ਨੇ ਮਹਿੰਗੇ ਘਰ, ਮਹਿੰਗੀਆਂ ਗੱਡੀਆਂ ਵਾਲੇ ਨੇ ਤੁਹਾਨੂੰ ਕੀ ਦੇ ਦੇਣਾ? ਮੈਨੂੰ ਦੱਸੋ ਕੀ ਦੇ ਦੂਗਾ ਤੁਹਾਨੂੰ? ਹੈ ਕਿਸੇ ਕੋਲ $5 ਦੇਣ ਨੂੰ ਕਿਸੇ ਨੂੰ? ਤੁਹਾਡੇ ਖੀਸੇ ਤੋਂ ਨਾਲ ਲੈ ਜਾਣਗੇ ਕੱਢ ਕੇ 5 ਪੂਰੇ, ਮੁੜ ਕੇ ਉਹਦੇ ਖੀਸੇ ਚਲੇ ਜਾਣਗੇ। ਕਦੇ ਦੇਖਿਓ ਵੀ ਅੰਪਾਇਰ ਬਣੇ ਕਿਵੇਂ ਨੇ, ਰੇੜੀਆਂ ਤੋਂ ਮਹਿਲ ਬਣੇ ਕਿਵੇਂ ਨੇ? ਕਦੇ ਪੈਰ ਉਹਦੇ ਬਾਰੇ ਦੇਖਿਆ? ਕਦੇ ਸੋਚਿਆ ਵੀ ਕਿਵੇਂ ਕੀ ਹੋਇਆ, ਕਿਸ ਤਰ੍ਹਾਂ ਬਣੇ, ਕਿਹਦੀ ਛਤਰਛਾਇਆ ਰਹੀ, ਕਿੱਥੋਂ ਹੋਈ? ਸਭ ਨੂੰ ਪਤਾ। ਗੱਲਾਂ ਤਾਂ ਕਰਦੇ ਹਾਂ ਅਸੀਂ ਕੱਟ 'ਚ ਬਹਿ ਕੇ, ਸਾਡੀ ਚਾਹ ਜਾ ਪੀਤੇ 5-7 ਫੇਰ ਐਨ ਸਪੀਕਰਾਂ ਕਮਿਸ਼ਨਰਾਂ ਨੂੰ ਬਾਂਹ ਕੱਢ ਕੇ ਬੋਲਦੇ। ਪਰ ਫਿਰ ਜੇ ਮੂਹਰੇ ਬੋਲਣਾ ਪੈ ਜੇ ਫਿਰ ਇੱਕ ਦੂਜੇ ਨੂੰ ਧੱਕ ਕੇ ਮੂਹਰੇ ਕਰਦੇ। ਜਵਾਕ ਛੋਟੇ ਹੁੰਦੇ ਡੰਡਾ ਖਾਣੋਂ ਡਰਦੇ ਹੁੰਦੇ ਹਿੰਦੀ ਵਾਲੀ ਭੈਣ ਜੀ ਤੋਂ, ਇੱਕ ਦੂਜੇ ਨੂੰ ਧੱਕ ਕੇ ਮੂਹਰੇ ਕਰ। ਇਸ ਤਰ੍ਹਾਂ ਨਹੀਂ ਚੱਲਦੀ ਗੱਲ। ਜੇ ਜ਼ੁਲਮ ਦੇ ਖਿਲਾਫ ਇੱਥੇ ਨਹੀਂ ਬੋਲਣਾ, ਕੋਈ ਵੀ ਜ਼ੁਲਮ ਹੋਵੇ, ਫਿਰ ਨਹੀਂ ਫਾਇਦਾ ਹੈ ਕੋਈ। ਤੇ ਛੱਡੋ, ਇਹ ਕਹਾਣੀ ਚੋਂ ਨਿਕਲੋ। 1 ਵਜੇ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਡੈਲਟਾ 'ਚ ਐਤਵਾਰ ਨੂੰ ਪਹੁੰਚੋ। 11 ਵਜੇ ਮੈਂ ਕਿਹਾ 11 ਤੋਂ 11:30 ਦੇ ਵਿੱਚ ਸਾਰਿਆਂ ਨੂੰ ਬੇਨਤੀ ਹੈ ਤੇ ਕਿ ਉੱਥੇ ਪਹੁੰਚੋ ਤੇ ਵਿਚਾਰ ਕਰੋ ਇਸ ਗੱਲ ਤੇ ਇਸ ਤੇ ਕਾਇਮ ਹੋ ਕੇ ਗੱਲਬਾਤ ਕਰੋ। ਇਹ ਜਿਹੜਾ ਸਾਡੇ ਤੇ ਇਸ ਕੰਟਰੀ ਦੇ ਵਿੱਚ ਇੱਕੋ ਹੀ ਗੱਲ ਹੈ ਵੀ ਤੁਸੀਂ ਸੱਚ ਬੋਲ ਸਕਦੇ ਹੋ, ਬਸ। ਇਹ ਤਾਂ ਛੱਡੋ, ਤੁਸੀਂ ਉੱਥੇ ਬੋਲੀ ਜਾਂਦੇ ਨੇ ਦਿੱਲੀ ਦੀਆਂ ਜੜ੍ਹਾਂ 'ਚ ਬੈਠੇ ਨੇ 9 ਮਹੀਨੇ ਤੇ ਹੱਥ 'ਚ ਤਖਤੀਆਂ ਨੇ ਲਿਖ ਕੇ ਦਿੱਲੀ ਦੇ ਲੀਡਰਾਂ ਵੀ ਤੁਸੀਂ ਚੋਰ ਹੋ, ਤੁਸੀਂ ਗੁੰਡੇ ਹੋ। ਬੈਠੇ ਨੇ ਝੁਰੜੀਆਂ ਨੇ ਹੱਥਾਂ ਤੇ ਵੀ, ਮੂੰਹ ਤੇ ਗਾਤਰੇ ਪਏ ਨੇ, ਹੱਥਾਂ 'ਚ ਸਿਮਰਨ ਨੇ ਫੜੇ ਨੇ। ਬੈਠੇ ਆ, ਇੱਕ ਨੇ ਛਾਤੀ 'ਤੇ ਹੱਥ ਮਾਰ ਕੇ ਕਹਿੰਦਾ 78 ਸਾਲ ਦਾ ਹੈ, ਤੂੰ ਦੇਖੀ ਗਿੱਟਿਓਂ ਫੜ ਕੇ ਕਿਵੇਂ ਧੂੰਦਾ। ਗਾਹ ਵਾਲੀ ਗੱਲ ਨਹੀਂ ਕਹਿੰਦੇ, ਉਹਨੇ ਮਾਲਵਾ ਸਟਾਈਲ ਕਹੀ ਸੀ ਇੱਕ ਗੱਲ। ਮੇਰੇ ਕਹਿਣ ਦਾ ਮਤਲਬ ਇਹ ਬਹੁਤ ਵੱਡੀ ਇਹ ਬੁਰਸ਼ਾਗਰਦੀ ਪਿਛਲੇ 25 ਸਾਲਾਂ 'ਚ ਸ਼ਹਿਰ 'ਚ ਹੋਈ ਹੈ। ਲੋਕਾਂ ਦੇ ਮੋਢੇ ਰਹਿ ਗਏ ਸਮਾਨ ਢੋਂਦਿਆਂ ਦੇ। ਜਦ ਇਮਾਰਤਾਂ ਬਣ ਗਈਆਂ, ਇਮਾਰਤਾਂ ਹੋ ਗਈਆਂ ਵਪਾਰੀਆਂ ਦਾ, ਕੱਲੇ ਕੱਢ ਕੇ ਮਾਰੇ ਬਾਹਰ। ਹਲੇ ਵੀ ਹੱਥ ਜੋੜਦੇ ਆ, ਹਲੇ ਵੀ। ਬਹੁਤ ਸੇਵਾ ਉਈਆਂ ਅੱਖਾਂ ਮੀਚੀ ਜਾਂਦਾ ਬੰਗਲਿਆਂ ਦੀ। ਦੱਸੋ ਕਿਹੜੀ ਸੇਵਾ? ਫਿਰ ਲੋਕਾਂ ਨੂੰ ਦੱਸਿਓ ਬਾਹਰ ਨਿਕਲ ਕੇ। ਆਜੋ ਆ ਫੋਨ ਤੇ ਦੱਸ ਦਿਓ ਆ ਕੇ 144 247 1550। ਦੱਸਿਓ ਕਿਹੜੀ ਸੇਵਾ, ਮੈਂ ਵੀ ਆਪਣੇ ਆਪ ਨੂੰ ਦੁਰਸਤ ਕਰ ਲਵਾਂ। 24 ਸਾਲ ਮੈਨੂੰ ਵੀ ਆਏ ਨੂੰ ਹੋ ਗਏ, ਮੈਂ ਤਾਂ ਨਹੀਂ ਦੇਖੀ ਕੋਈ ਸੇਵਾ ਜਿਹੜੀ ਤੁਸੀਂ, ਤੁਹਾਡੇ ਕੋਲ ਲੁਕਮੀ ਹੈ ਜਿਹੜੀ ਨਾ ਕੋਈ, ਉਹ ਦੱਸ ਦਿਓ ਆ ਕੇ ਮੈਨੂੰ। ਇਸ ਤਰ੍ਹਾਂ ਹੀ ਪੈਸੇ ਵਾਲੇ ਜਿਹੜੇ ਡਿਵੈਲਪਰ ਨੇ ਉਹਨਾਂ ਤੋਂ ਝਿਪਦੇ ਨੇ ਲੋਕ। ਪਰ ਜਿੱਦਣ ਤੁਹਾਡੀ ਜ਼ਿੰਦਗੀ ਦੀ ਕੀਤੀ ਹੋਈ ਮਿਹਨਤ ਨੂੰ ਉਹ ਮੜੁੱਛ ਕੇ ਲਿਜਾਂਦੇ ਆ ਤੁਹਾਡੇ ਸਾਹਮਣੇ, ਤੁਹਾਡੇ 8-8 9-9 ਸਾਲਾਂ ਦੀ ਜਵਾਕਾਂ ਦੇ ਸ਼ੌਕ ਚੋਂ ਵੱਢ ਕੇ ਦਿੱਤੀਆਂ ਮੌਰਗੇਜਾਂ ਨੂੰ ਜਿੱਦਣ ਹੜੱਪ ਜਾਂਦੇ ਆ ਵੱਡੇ ਡਿਵੈਲਪਰ 18-18 ਮਿਲੀਅਨ ਦੀ ਦਾ 200 ਮਿਲੀਅਨ ਅੱਜ ਮੰਗਦੇ ਆ, ਤੇ ਉਹਨਾਂ ਨੂੰ ਉਹਨਾਂ ਦੀ ਜੁੱਤੀ ਦੀ ਨੋਕ ਤੇ ਆ ਉਹਨਾਂ ਦਾ 200 ਮਿਲੀਅਨ ਸਾਹਮਣੇ ਤਾਂ ਖੜਨਾ ਕੇ ਗੱਲ ਤਾਂ ਕਰਨ। ਇਹੀ ਸ਼ਹਿਰ ਜਦ ਮਾਤੜ ਉਹਦੀ ਐਪਲੀਕੇਸ਼ਨ ਕਰਦਾ ਉਸੇ ਜ਼ਮੀਨ ਦੀ, ਉਹ ਕਹਿੰਦਾ ਲੋ NCP ਨਹੀਂ ਹੈ ਇੱਥੇ, ਮੋਰਟੋਰੀਅਮ ਲਾ ਦਾਂਗੇ, ਐਪਲੀਕੇਸ਼ਨ ਕਰੋ ਵਾਪਸ। ਜਿੱਦਣ ਉਹਨਾਂ ਦੀ ਯਾਰੀ ਅੰਦਰਲਿਆਂ ਨਾਲ ਪੈ ਜਾਂਦੀ ਹੈ ਤੇ ਕਰਕੇ ਐਪਲੀਕੇਸ਼ਨ ਅਗਲੇ ਉਦਣ ਹੀ 80 ਮਿਲੀਅਨ ਦੀ ਕਰ ਲੈਂਦੇ ਨੇ 5 ਮਹੀਨਿਆਂ 'ਚ। ਕੋਈ NCP ਨਹੀਂ ਸੀ ਹੋਈ। ਮੈਂ ਕੈਂਪਲ ਹਾਈਟ ਬਿਜ਼ਨਸ ਪਾਰਕ ਦੀ ਗੱਲ ਕਰਦਾ। 16 ਐਵਨਿਊ ਤੇ 193 ਤੇ 65 ਏਕੜ ਲੈਂਡ ਅਸੀਂ 5-4 ਜਣਿਆਂ ਨੇ ਇਕੱਠੀ ਕੀਤੀ। 2007 ਤੋਂ ਲੈ ਕੇ 2015 ਤੱਕ 8 ਸਾਲ ਆਪਣਾ ਖੂਨ ਨਿਚੋੜ ਕੇ ਮੌਰਗੇਜਾਂ ਦਿੱਤੀਆਂ ਸੀ। ਲੈ ਗਏ ਬੈਂਕ ਦੇ ਵਿੱਚ ਚੂੜੀ ਚਾੜਤੀ, ਬੈਂਕ ਵਾਲਿਆਂ ਨੇ ਸਾਨੂੰ ਚੂੜੀ ਚਾੜਤੀ। ਪੈ ਗਿਆ ਰੌਲਾ, ਬਸ ਸਾਨੂੰ ਦੇ ਦਿਓ, ਸਾਨੂੰ ਦੇ ਦਿਓ, ਸਾਨੂੰ ਕਰ ਦਿਓ, ਸਾਨੂੰ ਕਰ ਦਿਓ। ਉਹੀ ਸਿਟੀ ਜਿਹੜੀ ਕਹਿੰਦੀ ਸੀ ਐਪਲੀਕੇਸ਼ਨ ਨਹੀਂ ਤੁਸੀਂ ਕਰ ਸਕਦੇ, ਉਹੀ ਸਿਟੀ 'ਚ NCP ਦੀ ਤੋਂ ਬਿਨਾਂ ਐਪਲੀਕੇਸ਼ਨ ਹੋਈ ਆ। ਹੁਣ NCP ਹੋਈ ਆ ਮਹੀਨਾ ਪਹਿਲਾਂ,
कैंबल हाइट की 2015 की गल है। आ कौंसल तो पहली गल करती एप्लीकेशन जिन्हां दी वध है उन्हां दी वध ही है। असीं इत्थे जी पार्किंग बना देंगे, इत्थे असीं आह बना देंगे, असीं वो बना देंगे करके गल्लां ते चक के प्राइसां अज 200 मिलियन की बेच रहा है। हथ ते हथ मार के इउं लिजांदे डुक के अगले ते फिर दबशां दिखाउंदे कारां दियां ते बैगनां दियां ते पैसिਆਂ दियां। किधर नूं जाऊगा माड़ा बंदा जिन्हां ने 5-7 जने ने रल के मसां उसनूं सिद्धा कीता। बथेरी बार तुसीं ये रेडियो ते सुणीआं गल्लां, कई बार आके कई बोले भी सी, पर सच है जिहड़ी ओढ़ सच है। मैं पिटदा रहा नाल दे 5-4 जिहड़े छोटे छोटे 2-2% वाले सी उन्हां दी लत्तां वजन ना झल्लिया ते मैं कहदा रहा 8 किलो 8 किलो 8 किलो। ते अज जिन्ने दे 65 किलो अगले लै जाओ 4 एकड़ उन्ने दे नहीं मिलते। जाके पुछ के देखियो जिदन 170 मिलियन की आ गई 180 है, 180 की आ गई 190 है, फिर 200 मिलियन उही जमीन इउं बनदे आ पैसे मित्रा। ते फिर असीं इहनां मूहरे सिर झुकाईए, ये नहीं हो सकती, बिल्कुल नहीं हो सकती। पैसे वाला फिर पैसे के जोर से तुसीं जिथे मर्जी टब्बर के जीआं नूं कदे MP बनाउणा, असीं आह बनाउणा, दस्सो असीं कमेटी च कीता की है? काहदे लई MP तुहानूं लोग MP नूं वोटां पाउण बई उहनूं जिहने कुछ कीता नहीं कमेटी। 89 पंजाब दे दसदे ट्रूडो नाल सिद्धियां पा दो भाभी नूं वोटां, वीज़ा मिलू सीधा बस। इस तरह की ये गल नहीं ठीक है। ये जिहड़ी हर तीजे दिन सुहण खड़दी है भी पैसे वाला जोर करे, पैसे वाला वोटां पवावे, पैसे वाला कहे मेरे 40 ट्रेडमैन काम करदा, मेरा 100 टाउन हाउस बनदा, 40 नूं पाओ वोटां, मेरे कहण ते 500 वोटां। पैसे वाले अपने दफ्तरां दे विच खड़ाउण जिहड़ी आ अपने कैंपेन दफ्तर भी साडे कोल पैसा काहदे लई बई? क्यों पैसे वाला जोर करे साडे ते? किरतियां ते लालोआं ते मलक भागो दा फर्क की रह गया? जे पहले पातशाह ने कहा नहीं बिल्कुल नहीं है, मलक भागो नहीं लालोआं ते चढ़दा, लालोआं दी सदा चढ़त रहनी। पर जब लालो ही हथ खड़े कर गए फिर मलक भागो तक खा जाएंगे तुहानूं घरां चों कढ के, गुलाम बना देंगे तुहानूं, रोटी रोजी ते काम करोगे या तुहानूं छत देणगे, इत्थे छतड़े 10 वजे इत्थे रही चलो ते काम करी चलो। सलेवरी होगी ऑलरेडी सलेवरी नहीं। ये दादा नहीं पैण देना, सब असीं बराबर है, कोई पैसे वाला वध वाला घट वाला कोई नहीं, वी आर ऑल इक्वल। सिख हो के पंजाबी हो के सत्कार करना है ते कराउणा, कोई पैसे वाला जोर नहीं कर सकता। इहदी की कहानी है? एडी ठगी, फिर वो ठगी तो बाद तुसीं अपना जोर दिखाउंदे हो भी असीं आ भी करांगे, आ भी करांगे, इत्थे भी करांगे, उत्थे भी करांगे। लोकां दी गलती है जिन्हां ने सिरां ते चढ़ा दे बंदे। निकलदा जुलूस 100 सरी च कल निकलिया जिहदे करके ना कहने हो भी बचाता दा प्यो बहुत चंगा सी, खड़ के फिर सुनदा लोग करदे सी गल्लां भी खड़ जा मड़ जा गल सुन जा ट्रूडो साहब साडी, फिर भज के नाल 20 पुलसिए दी भज के बड़िया सबरबन च। जे सच सी फिर खड़दा भी मैं तुहाडा प्राइम मिनिस्टर हां, दसो की कहना चाहुंदे, दसो की कहने। तो ये मैं राजनीतिक वाले पासे नहीं कहता, वोटां तुहाडी मर्जी जिहनूं मर्जी पाओ, पर साडा कोई मापदंड होना चाहिए भाई आ चीज भाई साहब दस की कहानी है तेरी, ते तेरी दस इहदे लई तूं की कीता, या सवाल नहीं पूछना, अगला मर्जी करदा बस अनकंडीशनल तुसीं जताउणा जताई चलो। वो सारे एक जगह इकट्ठे हुंदे। अज किसी को तुसीं पब्लिक सर्वेंट उन्होंने कहा दिखाई माड़ा जिहा फोन तेरा, दिखाई तो किन्हां नूं फोन है, जे ना सारे रजवाड़ियां दी हत्थ ने मीटिंग हुई होवे तां कह दी। पर इत्थे पहरा देना पैना, ये सौखियां हत्थ च नहीं आउणी, बहुत लेट हो गई। कुलवीर सिंह लाइन नंबर 3। लाइन नंबर 3 कुलवीर सिंह जी। हेलो जी, सत श्री अकाल जी।
ਸਤਿ ਸ਼੍ਰੀ ਅਕਾਲ ਲੀਲ ਸਾਹਿਬ। ਜਿਹੜੀਆਂ ਨਾ ਗੱਲਾਂ ਤੁਸੀਂ ਕੀਤੀਆਂ, ਇਹ ਗੱਲਾਂ ਦੇ ਵਿੱਚ ਕੋਈ ਘਾਟ ਨਹੀਂ ਹੈਗੀ ਵੀ ਜਿਹੜੀ ਸਾਰੀਆਂ ਗੱਲਾਂ ਸਹੀ ਆ। ਅਸੀਂ ਸਾਡਾ ਜ਼ਮੀਰ ਕਿੱਥੇ ਖੜ ਗਿਆ, ਅਸੀਂ ਕਿੱਥੇ ਚਲ ਗਏ ਆ। ਅਸੀਂ ਇੱਕ ਸਿਰਫ ਵੱਡਾ ਬੰਦਾ ਦੇ ਦੇ ਉਹਦੇ ਮਗਰ ਲਾ ਕੇ ਤੁਰ ਪੈਂਦੇ ਆ ਵੀ ਇਹਦੇ ਮਗਰ ਖਰਾ ਨਹੀਂ ਕੀ ਸਾਨੂੰ ਦੇ ਦੇਣਾ ਕਿਸੇ ਨੇ ਕੋਈ ਨਹੀਂ। ਵੋਟ ਜਿਹੜੀ ਆ ਉਹਦਾ ਅਧਿਕਾਰ ਸਾਡਾ ਆਪਣਾ ਆ, ਉਹਨੂੰ ਡਟ ਕੇ ਤੇ ਹਰਕ ਨਾ ਪਾਓ। ਕਿਉਂ ਜਿਹੜੀਆਂ ਹੁਣ 5-7 ਬੰਦੇ ਜਾਂ 10 ਬੰਦੇ ਸਾਨੂੰ ਆ ਕਹਿੰਦੇ ਮੇਰੀਆਂ ਵੋਟਾਂ ਜੀ ਇਹ ਮੈਂ ਇੰਨੀਆਂ ਵੋਟਾਂ ਪਵਾਤੀਆਂ, ਉਹ ਮੈਂ ਤੇ ਵੋਟਾਂ ਦੇ ਨਾਲ ਖਰੀਦਦਾਰ ਅਸੀਂ ਖਰੀਦ ਹੋ ਗਏ ਉਹਨਾਂ ਨਾਲ। ਅਸੀਂ ਪਤਾ ਕੀ ਆ, ਸਾਨੂੰ ਕੰਮ ਦਿੰਦਾ, ਅਸੀਂ ਉਹਦੇ ਵੱਡੇ ਟਾਊਨ ਹਾਊਸ ਬਣਦੇ, ਅਸੀਂ ਉੱਥੇ ਕੰਮ ਕਰਦੇ ਹਾਂ, ਅਸੀਂ ਤਾਂ ਪਾਤੀ, ਅਸੀਂ ਉਹ ਕਰਤਾ। ਇਹ ਜਿਹੜੇ ਨਿੱਜੀ ਹਿੱਤ ਇਹ ਸਾਨੂੰ ਲੈ ਕੇ ਬਹਿ ਗਏ। ਇਹ ਦੇਣ ਵਾਲਾ ਤਾਂ ਪਰਮਾਤਮਾ ਹੈ। ਅਸੀਂ ਐਡੀ ਦੂਰੋਂ ਇੱਥੇ ਇਸ ਕੰਟਰੀ ਚੱਲ ਕੇ ਆ ਗਏ ਹਾਂ, ਸਾਨੂੰ ਰੋਜੀ ਰੋਟੀ ਜਿਹੜੀ ਆ ਉਹ ਦੇਈ ਜਾਂਦਾ ਸਾਰਾ ਕੁਛ, ਤੇ ਸਾਨੂੰ ਗਾਣਾ ਦਊਗਾ। ਅਸੀਂ ਇਹਨਾਂ ਦੇ ਸਿਰ ਤੇ ਕਿਉਂ ਆ ਜੀ ਆਪੋ ਆਪਣੇ ਨੂੰ ਰਜ਼ਾਮੰਦ ਹੁੰਦੇ ਨੇ ਨਾਲ ਨਾ ਵੋਟਾਂ ਪਾਉਣ ਲਈ। ਅਸੀਂ ਗੁਲਾਮੀ ਦਾ ਅਹਿਸਾਸ ਜਿੱਦਾਂ ਇੰਡੀਆ ਦੇ ਵਿੱਚ ਸੀ, ਉਹ ਗੁਲਾਮੀ ਅਸੀਂ ਇੱਥੇ ਵੀ ਸ਼ੁਰੂ ਕਰ ਲਈ, ਆਪਣੇ ਗੱਲ ਚ ਪਾ ਲਈ ਹੈ ਨਾ। ਤੇ ਬਾਕੀ ਜਿਹੜਾ ਧਾਰਮਿਕ ਸਥਾਨ ਤੁਸੀਂ ਮੁੱਦਾ ਪਹਿਲਾਂ ਕੀਤਾ ਵੀ ਸਾਨੂੰ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਚਾਹੀਦੇ ਆ, ਪਹਿਲਾਂ ਤਾਂ ਉਹਨਾਂ ਨੂੰ ਪੁੱਛਣਾ ਚਾਹੀਦਾ ਸਾਰਿਆਂ ਨੂੰ ਵੀ ਕਿਹਨੂੰ ਕਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਪੜ੍ਹਨੀ ਆਉਂਦੀ ਆ, ਫੇਰ ਉਹ ਗੱਲ ਕਰਨੀ ਚਾਹੀਦੀ ਆ। ਉਹ ਮੇਰੇ ਵਰਗਾ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਲਿਆ ਕੇ ਘਰੇ ਰੱਖ ਲੈਂਦਾ ਆ, ਨਾ ਉਹਦੀ ਸੇਵਾ ਕਰਦਾ, ਨਾ ਉਹਦੀ ਕੋਈ ਦੇਖਭਾਲ ਆ। ਉਹਦੇ ਨਾਲ ਬਹੁਤ ਵੱਡਾ ਅਸੀਂ ਘੋਰ ਕਰਦੇ ਆ, ਉਹਨਾਂ ਨਾਲ ਪਾਪ ਕਰਦੇ ਆ ਨਾ। ਅਸੀਂ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ। ਅਸੀਂ ਗੁਰੂ ਗੁਰਦੁਆਰੇ ਵੀ ਅਖੰਡ ਪਾਠ ਖਲਾਈਏ ਨੇ ਤੇ ਘਰੇ ਵੀ ਗੁਰੂ ਗ੍ਰੰਥ ਸਾਹਿਬ ਸਾਨੂੰ ਚਾਹੀਦੇ ਆ। ਅਸੀਂ ਘਰ ਦੇ ਵਿੱਚ ਕਿੰਨੀ ਕੁ ਸੇਵਾ ਕਰ ਸਕਦੇ, ਕਿੰਨਾ ਕੁ ਸਾਂਭ ਸਕਦੇ। ਸਾਡੇ ਗੁਰੂ ਘਰਾਂ 'ਚ ਤਾਂ ਮਸੀਹ ਹੁੰਦੀ ਸਾਡੇ ਕੋਲ ਨਾ, ਉੱਥੇ ਉਹਦੀ ਜਗ੍ਹਾ ਬਣੀ ਆ। ਇਹ ਜਿਹੜੀ ਛਪਾਈ ਹੋਣੀ ਆ ਇਹ ਨਹੀਂ ਹੋਣੀ ਚਾਹੀਦੀ, ਇਹ ਉੱਥੇ ਹੋਣੀ ਚਾਹੀਦੀ ਜਿੱਥੇ ਹੁੰਦੀ ਪਹਿਲਾਂ ਤੋਂ। ਕੋਈ ਲਾਗੂ ਜਿਹੜਾ ਕੰਮ ਹੋਇਆ ਇਹ ਨਹੀਂ ਹੋਣ ਦੇਣਾ ਚਾਹੀਦਾ। ਇਹਨਾਂ ਦੇ ਢਿੱਡ ਭਰੇ ਆ, ਇਹ ਭਰ ਨਹੀਂ ਦੇਣੇ ਚਾਹੀਦੇ। ਇਹਨਾਂ ਨੇ ਸਾਨੂੰ ਇਹ ਜਿਹੜੀਆਂ ਏਜੰਸੀਆਂ ਗੌਰਮੈਂਟ ਦੀਆਂ ਸਾਨੂੰ ਇਹ ਤਰੀਕੇ ਦੀ ਮਾਨਾ ਜਿਹੜੇ ਗੁਰੂ ਗ੍ਰੰਥ ਸਾਹਿਬ ਛਾਪਣੇ ਨਾ, ਉਹਨਾਂ ਦੇ ਵਿੱਚ ਰਲੋ ਗੱਡ ਕਰਕੇ ਸਾਨੂੰ ਇੱਥੇ ਵੀ ਜਿਹੜੀ ਮਾਨਸਿਕਤਾ ਨਾ ਉਹਨੂੰ ਡਾਊਨ ਕਰਨਾ। ਸਾਡੀਆਂ ਜਿਹੜੀਆਂ ਉਹਦੇ ਵਿੱਚ ਛਪਾਈ ਹੋਣੀ ਨਾ ਗਲਤ ਹੋਣੀ, ਇਹਦੇ ਵਿੱਚ ਛਪਾਈ ਸਹੀ ਨਹੀਂ ਹੋਣੀ। ਉਹਨੂੰ ਫੇਰ ਕਹਿਣਾ ਜੀ ਇਹ ਤਾਂ ਇਹਦੇ ਵਿੱਚ ਲਿਖਿਆ ਗਿਆ ਦੇਖੋ ਪੜ੍ਹ ਲਓ, ਉਹ ਫਿਰ ਅਸੀਂ ਉੱਤੇ ਦੀ ਨਿਰਭਰ ਹੋ ਜਾਣਾ। ਸਾਨੂੰ ਸੁਚੇਤ ਰਹਿਣਾ ਚਾਹੀਦਾ, ਸਾਡਾ ਦੁਸ਼ਮਣ ਸਾਡੇ ਤੇ ਕਿੱਥੇ ਵਾਰ ਕਰੀ ਜਾਂਦਾ ਨਾ, ਸੋਚ ਕੇ ਚੱਲਣਾ ਪੈਣਾ ਹੈ। ਧੰਨਵਾਦ ਜੀ ਲੀਲ ਸਾਹਿਬ, ਧੰਨਵਾਦ ਸਾਹਿਬ। ਗੁਰਮੀਤ ਸਿੰਘ ਜੀ ਲਾਈਨ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਤੂਰ ਸਾਹਿਬ। ਹਾਂਜੀ ਵੀਰ ਜੀ, ਬੇਨਤੀ ਇਹ ਸੀਗੀ ਕਿ ਜਿੱਦਣ ਇਹੋ ਪਹਿਲਾਂ ਮੰਡੇ ਪ੍ਰੋਗਰਾਮ ਚੱਲਿਆ ਹੈਗਾ ਆ ਤੇ ਬਾਅਦ ਵਿੱਚ ਟਿਊਜ਼ਡੇ ਚੱਲਿਆ, ਬੀਬੀ ਜਗੀਰ ਕੌਰ ਜੀ ਆਏ ਸੀਗੇ ਤੇ ਅਸੀਂ ਉਦਣ ਵੀ ਫੋਨ ਕੀਤਾ ਸੀਗਾ ਤੇ ਸਾਡੀ ਕਾਲ ਵੀ ਕੱਟ ਦਿੱਤੀ। ਚਲੋ ਜਾਂ ਪਾਲਿਸੀ ਹੋਊਗੀ ਰੇਡੀਓ ਦੀ ਕਿ 30 ਸਕਿੰਟ ਤੋਂ ਵੱਧ ਕਾਲ ਨਹੀਂ ਲੈਂਦੇ ਹੋਣਗੇ। ਉਸ ਤੋਂ ਬਾਅਦ ਦੇ ਵਿੱਚ ਚਲੋ ਉਸ ਟਾਈਮ ਨਹੀਂ ਗੱਲ ਹੋ ਸਕੀ। ਫਿਰ ਅਸੀਂ ਬੀਬੀ ਜੀ ਨੂੰ ਫੋਨ ਕੀਤਾ ਸੀਗਾ ਕਿ ਬੀਬੀ ਜੀ ਵੀ ਤੁਸੀਂ ਇਹ ਵਚਨ ਕੀਤਾ ਵੀ ਮਤਲਬ ਬਹੁਤ ਜ਼ਿਆਦਾ ਡਿਮਾਂਡ ਆ, ਕੀ ਸਾਨੂੰ ਤੁਸੀਂ ਉਹ ਦੱਸ ਸਕਦੇ ਹੋ ਉਸ ਕਿਸੇ ਸੰਸਥਾ ਦਾ ਨਾਮ ਜਾਂ ਉਹ ਜਿਹੜੇ ਤੁਸੀਂ ਕਹਿੰਦੇ ਬਹੁਤ ਜ਼ਿਆਦਾ ਸਾਨੂੰ ਮਤਲਬ ਕਿ ਫੋਨ ਆ ਰਹੇ ਆ ਤੇ ਕਿਸੇ ਇੱਕ ਬੰਦੇ ਦਾ ਜਾਂ ਕਿਸੇ ਇੱਕ ਸੰਸਥਾ ਦਾ ਹੀ ਤੁਸੀਂ ਨਾਂ ਲੈ ਲਓ। ਤੇ ਉਹ ਕਹਿੰਦੀ ਜੀ ਨਹੀਂ ਬਹੁਤ, ਬੀਬੀ ਜੀ ਕਹਿੰਦੇ ਵੀ ਬਹੁਤ ਜਥੇਬੰਦੀਆਂ ਦੇ ਫੋਨ ਆਉਂਦੇ ਆ, ਬਹੁਤ ਸੰਸਥਾਵਾਂ ਦੇ। ਮੈਂ ਕਿਹਾ ਬੀਬੀ ਜੀ ਅਸੀਂ ਤੁਹਾਨੂੰ ਇੱਕ ਜਥੇਬੰਦੀ ਦਾ ਪੁੱਛ ਰਹੇ ਹਾਂ, ਕਿਸੇ ਇੱਕ ਸੰਸਥਾ ਦਾ ਤਾਂ ਤੁਸੀਂ ਨਾਂ ਦੱਸੋ ਵੀ ਫਲਾਨੀ ਸੰਸਥਾ ਸਾਨੂੰ ਕਹਿ ਰਹੀ, ਅਸੀਂ ਵੀ ਉਹਨਾਂ ਨੂੰ ਪੁੱਛ ਲਾਂਗੇ ਕਿਉਂਕਿ ਸਾਡੇ ਪਾਸ ਬਹੁਤ ਜ਼ਿਆਦਾ ਸਰੂਪ ਹੈ। ਔਰ ਇੱਥੋਂ ਤੱਕ ਹੈ ਕਿ ਸਾਨੂੰ 2.5 ਤੋਂ 3 ਸਾਲ ਹੋ ਗਿਆ ਕਿ ਹਾਲੇ ਤੱਕ ਕੋਈ ਡਿਮਾਂਡ ਨਹੀਂ ਆਈ ਹੈਗੀ। ਜੇ ਡਿਮਾਂਡ ਆਵੇ ਵੀ ਅਸੀਂ ਉੱਥੇ ਪਹੁੰਚਾ ਸਕਦੇ ਹਾਂ। ਪਹਿਲਾਂ ਅਸੀਂ ਦੇਖਾਂਗੇ ਕਿ ਉੱਥੇ ਮਾਹੌਲ ਅਨੁਕੂਲ ਹੈਗਾ ਜਿੱਥੇ ਜਿਸ ਪ੍ਰਾਣੀ ਨੇ ਮਹਾਰਾਜ ਦਾ ਸਰੂਪ ਲੈ ਕੇ ਜਾਣਾ, ਕਿ ਉਹ ਇਸ ਚੀਜ਼ ਨੂੰ ਕੁਆਲੀਫਾਈਡ ਕਰਦਾ ਹੈਗਾ ਕਿ ਉਹ ਬੰਦੇ ਨੂੰ, ਜਿੱਦਾਂ ਤੁਸੀਂ ਵੀ ਗੱਲ ਕੀਤੀ ਹੈਗਾ ਕਿ ਉਹਨੂੰ ਗੁਰੂ ਮਹਾਰਾਜ ਦਾ ਕੁਛ ਸਮਝ ਸੋਚ ਹੈਗੀ ਆ ਵੀ ਕਿਸ ਤਰ੍ਹਾਂ ਕਿੱਦਾਂ ਸਤਿਕਾਰ ਦੇ ਨਾਲ ਆਪਾਂ ਕਰ ਸਕਦੇ ਹਾਂ। ਤੇ ਕਹਿੰਦੇ ਨਹੀਂ ਜੀ ਏਦਾਂ ਨਾ ਕਰੋ, ਤੁਸੀਂ ਜਿਹੜੇ ਵੀ ਚਾਹੁੰਦੇ ਹੈਗੇ ਆ ਤੁਸੀਂ ਉਹਨਾਂ ਨੂੰ ਪਹੁੰਚਾਓ। ਮੈਂ ਕਿਹਾ ਬੀਬੀ ਜੀ ਉਹੀ ਅਸੀਂ ਗੱਲ ਕਹਿੰਦੇ ਆ ਕਿ ਜੇ ਤੁਸੀਂ ਚਾਹੁੰਦੇ ਆ ਕਿ ਪ੍ਰਚਾਰ ਪ੍ਰਸਾਰ ਕਰਨਾ, ਪਰ ਇੱਥੇ ਦੀਆਂ ਇੱਕ ਵਾਰੀ ਸਿੱਖ ਸੰਗਤਾਂ ਦੇ ਰਾਏ ਤਾਂ ਲੈ ਲਓ ਤੁਸੀਂ। ਇੱਕ ਕਮ ਸੇ ਕਮ ਤੁਸੀਂ ਐਲਾਨ ਕਰ ਦਿੱਤਾ, ਤੁਸੀਂ ਕਿਹਤੋਂ ਪੁੱਛ ਕੇ ਤੁਸੀਂ ਐਲਾਨ ਕੀਤਾ ਹੈਗਾ ਆ। ਕਹਿੰਦੇ ਜੀ ਨਹੀਂ ਸਾਨੂੰ ਫੇਰ ਆਉਂਦੇ। ਉਹਨਾਂ ਨੇ ਕਿਸੇ ਪਾਸੇ ਵੀ ਜਾਣੀ ਕਿ ਕੋਈ ਗੱਲ ਨਹੀਂ ਲਾਈ। ਔਰ ਇਹਦੇ ਵਿੱਚ ਜਿਹੜਾ ਮਿੱਥ ਕੇ ਪ੍ਰੋਗਰਾਮ ਕੀਤਾ, ਪਹਿਲਾਂ ਮੰਡੇ ਨੂੰ ਐਲਾਨ ਕੀਤਾ, ਫਿਰ ਟਿਊਜ਼ਡੇ ਨੂੰ ਬੀਬੀ ਜੀ ਆਏ ਆ, ਹੁਣ ਫਿਰ ਸ਼ੁੱਕਰਵਾਰ ਨੂੰ ਕੀਤਾ। ਔਰ ਉਹਦੇ ਵਿੱਚ ਜਿਹੜਾ ਨਵਾਂ ਬਣਿਆ ਮਤਲਬ ਕਿ ਇੱਕ ਪੱਤਰਕਾਰ ਵਿਚਾਰਾ ਟੈਕਸੀ ਡਰਾਈਵਰ ਤੋਂ, ਚਲੋ ਕਰਤ ਕੋਈ ਵੀ ਚੰਗੀ ਆ। ਇਹ ਤੋਂ ਪਹਿਲਾਂ ਵੀ ਇਹ ਕੰਮ ਹੋਇਆ, ਮੇਰੇ ਵਰਗੇ ਜਿਹੜੇ ਇੱਕ ਡਰਾਈਵਰ ਲੈਵਲ ਦਾ ਬੰਦਾ ਉੱਠ ਕੇ ਜਦੋਂ ਫਿਰ ਇਹੋ ਜਿਹੇ ਬੰਦੇ ਨੂੰ ਆਣ ਕੇ ਪੰਥਕ ਕਹਿ ਰਿਹਾ ਔਰ ਇਹੋ ਜਿਹੇ ਬੰਦੇ ਨੂੰ ਕਹਿ ਰਿਹਾ ਕਿ ਸਿੱਖੀ ਦੀਆਂ ਜੜ੍ਹਾਂ ਹੀ ਕੈਨੇਡਾ ਦੇ ਵਿੱਚ ਇਸ ਬੰਦੇ ਨੇ ਲਾਈਆਂ। ਔਰ ਜਿਸ ਕੰਟਰੀ ਦੇ ਵਿੱਚ ਕੇਵਲ
ਟੀ-ਸ਼ਰਟ ਪਾਉਣ ਦੇ ਉੱਤੇ ਔਰ ਇੱਕ ਕਿਤਾਬ ਪੜ੍ਹਨ ਦੇ ਉੱਤੇ ਉਮਰ ਕੈਦ ਦਿੱਤੀ ਜਾਂਦੀ ਆ, ਉਸ ਕੰਟਰੀ ਦਾ ਚੀਫ ਉਸ ਬੰਦੇ ਨੂੰ ਰੈੱਡ ਕਾਰਪਟ ਦੇ ਉੱਤੇ ਵੈਲਕਮ ਆਖ ਰਿਹਾ ਆ, ਔਰ ਜਿਹੜੇ ਬੰਦੇ ਦੇ ਏਡੇ ਏਡੇ ਇਲਜ਼ਾਮ ਲੱਗ ਹਟੇ। ਤੇ ਅਸੀਂ ਕਿਹਾ ਬੀਬੀ ਜੀ ਨੂੰ ਵੀ ਬੀਬੀ ਜੀ ਉਹ ਬੰਦਿਆਂ ਨੂੰ ਤੁਸੀਂ ਮਤਲਬ ਇਜਾਜ਼ਤ ਦੇ ਰਹੇ ਹੋ, ਕੀ ਉਹਨਾਂ ਤੋਂ ਕੋਈ ਆਸ ਰੱਖੀ ਜਾ ਸਕਦੀ ਆ? ਕਹਿੰਦੇ ਨਹੀਂ ਜੀ, ਉਹ ਸਾਨੂੰ ਹੋਰ ਵੀ ਬਹੁਤ ਆ ਰਹੇ ਨੇ, ਪਰ ਕਿਸੇ ਵੀ ਉਹ ਜਥੇਬੰਦੀ ਦਾ, ਕਿਸੇ ਵੀ ਉਹ ਸੰਸਥਾ ਦਾ ਸਾਨੂੰ ਨਾਂ ਨਹੀਂ ਦੱਸ ਸਕੇ। ਉਸ ਤੋਂ ਬਾਅਦ ਵਿੱਚ ਵੀ ਅਸੀਂ ਸਾਰਿਆਂ ਨੂੰ ਇਹੋ ਹੀ ਬੇਨਤੀ ਕੀਤੀ ਵੀ ਹਾਂ, ਇਸੇ ਕਰਕੇ ਵੀ ਇਕੱਠ ਰੱਖਿਆ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਵੀ ਜਿਹੜਾ ਅਨਾਉਂਸਮੈਂਟ ਵੀ ਕੀਤੀ ਆ। ਸੋ ਜੋ ਵੀ ਸੰਗਤਾਂ ਦੇ ਵਿਚਾਰ ਆ, ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਖਾਸ ਤੌਰ ਤੇ ਜਿਹੜੇ 5 ਸਿੰਘ ਸਾਹਿਬਾਨ ਆਪਣੇ ਆਪ ਦੇ ਵਿੱਚ ਮਤਲਬ ਇੱਥੇ ਸੇਵਾਵਾਂ ਕਰਦੇ ਆ, ਉਹਨਾਂ ਨੂੰ ਵੀ ਅਸੀਂ ਖੁੱਲੇ ਰੂਪ ਦੇ ਵਿੱਚ ਬੇਨਤੀ ਕਰਦੇ ਹਾਂ। ਤੇ ਹੋਰ ਵੀ ਜਿਹੜੇ ਮਤਲਬ ਕਾਫੀ ਇੱਥੇ ਸਿਰ ਕਰਦਾ ਬੰਦੇ ਨੇ, ਜਿਹੜੇ ਚਾਹੁੰਦੇ ਵੀ ਨੇ, ਰਾਹੇ ਬਗਾਹੇ ਪੁੱਛਦੇ ਨੇ ਵੀ ਕਿੱਦਾਂ ਵੀ ਪ੍ਰਧਾਨ ਕਿੱਦਾਂ ਬਣ ਸਕਦਾ, ਕੀ ਹੋਣਾ ਚਾਹੀਦਾ, ਕੀ ਹੋ ਸਕਦਾ, ਕਿੱਦਾਂ ਮੈਂ ਅੱਗੇ ਆਵਾਂ, ਉਹਨਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਵੀਰੋ ਆਓ, ਆਣ ਕੇ ਇਹ ਆਪਣਾ ਗੁਰੂ ਦਾ ਕਾਰਜ ਹੈ, ਇਹਦੇ ਵਾਸਤੇ ਰਾਏ ਦਿਓ। ਜੇ ਵਾਕਿਆ ਹੀ ਇੱਥੇ ਸੰਗਤਾਂ ਨੂੰ ਜ਼ਰੂਰਤ ਆ, ਹਾਂ ਹੋ ਜਾਣਾ ਚਾਹੀਦਾ, ਇੱਥੇ ਛਪਾਈ ਹੋ ਜਾਵੇ, ਪਰ ਉਸ ਤੋਂ ਪਹਿਲਾਂ ਕੋਈ ਵਿਧੀ ਵਿਧਾਨ ਤਾਂ ਹੋਵੇ, ਕੋਈ ਡਿਮਾਂਡ ਤਾਂ ਹੋਵੇ। ਡਿਮਾਂਡ ਕੋਈ ਨਹੀਂ, ਸਾਡੇ ਕੋਲ ਵਿਧੀ ਵਿਧਾਨ ਕੋਈ ਨਹੀਂ, ਪੁੱਛਣ ਵਾਲਾ ਕੋਈ ਨਹੀਂ, ਦੱਸਣ ਵਾਲਾ ਕੋਈ ਨਹੀਂ, ਤੇ ਫਿਰ ਕਾਹਦੇ ਲਈ ਆਪਾਂ ਕਰ ਰਹੇ ਹਾਂ? ਫਿਰ ਇਹ ਬੇਅਦਬੀ ਵਾਸਤੇ ਹੀ ਰਸਤੇ ਖੋਲ ਰਹੇ ਹਾਂ। ਔਰ ਜਿਸ ਤਰੀਕੇ ਨਾਲ ਉਹ ਪੱਤਰਕਾਰ ਖੁਸ਼ੀ ਦੇ ਵਿੱਚ ਮਤਲਬ ਇੰਨਾ ਕੱਪਾ ਹੋਇਆ ਪਿਆ ਸੀ, ਕਹਿ ਰਹੇ ਬੀਬੀ ਜੀ ਵੀ ਬਹੁਤ ਜ਼ਿਆਦਾ ਮੈਨੂੰ ਅੱਜ ਖੁਸ਼ੀ ਹੋ ਰਹੀ ਆ ਕਿ ਤੁਸੀਂ ਇੱਥੇ ਐਲਾਨ ਕਰਨ ਜਾ ਰਹੇ ਹੋ। ਅਸੀਂ ਉਸ ਚੀਜ਼ ਦੇ ਉੱਤੋਂ ਵੀ ਬੜੇ ਮਤਲਬ ਇਸ ਚੀਜ਼ ਤੋਂ ਚਿੰਤਤ ਹੈ ਕਿ ਵੀ ਦੇਖੋ ਮਤਲਬ ਕਿਸ ਤਰੀਕੇ ਨਾਲ ਪੱਤਰਕਾਰ ਵੀ ਮਤਲਬ ਚੰਦ ਛਿੱਲੜਾਂ ਦੀ ਖਾਤਰ ਕਿਸ ਤਰੀਕੇ ਦੇ ਨਾਲ ਮਤਲਬ ਧਰੋਕ ਮਾਰਿਆ ਆਪਣੇ ਗੁਰ ਭਾਈਆਂ ਨਾਲ ਕਹਿ ਲਓ, ਜਾਂ ਆਪਣੇ ਹਮ ਬੋਲੀ ਵਾਲਿਆਂ ਦੇ ਨਾਲ ਕਹਿ ਲਓ, ਜਾਂ ਕੁਛ ਵੀ ਕਹਿ ਲਓ। ਵੀ ਮਤਲਬ ਇੱਕ ਪੱਤਰਕਾਰ ਦਾ ਕੀ ਕਾਰਜ ਹੁੰਦਾ ਕਿ ਮਤਲਬ ਜੇ ਤੁਹਾਨੂੰ ਉਹਨਾਂ ਨੇ ਥੋੜੇ ਡਾਲਰ ਦੇ ਦਿੱਤੇ ਨੇ ਕਿ ਤੁਸੀਂ ਉਹਨੂੰ ਇਸ ਤਰੀਕੇ ਨਾਲ ਪੇਸ਼ ਕਰਨਾ ਹੈਗਾ। ਸੋ ਇਹ ਬਹੁਤ ਹੀ ਜਾਣੀ ਕਿ ਗੱਲਬਾਤ ਹੈਗੀ ਆ। ਇਹਦੇ ਵਾਸਤੇ ਸਾਰੀਆਂ ਸੰਗਤਾਂ ਨੂੰ ਔਰ ਸਾਰੇ 5 ਸਿੰਘ ਸਾਹਿਬਾਨ ਜਾਂ ਹੋਰ ਜਿੰਨੇ ਵੀ ਗੁਰਦੁਆਰਾ ਕਮੇਟੀਆਂ ਨੇ, ਜਿਹੜੇ ਵੀ ਮਤਲਬ ਰਹਿ ਚੁੱਕੇ ਪ੍ਰਧਾਨ ਨੇ ਜਾਂ ਆਉਣ ਵਾਲੇ ਪ੍ਰਧਾਨ ਨੇ, ਜਾਂ ਜੋ ਜਿਹੜੇ ਵੀ ਹੈਗੇ, ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਉਹ ਸਾਰੇ ਬਹੁਤ ਸੂਝਵਾਨ ਆ, ਉਹ ਆਣ ਕੇ ਆਪਣੀ ਰਾਏ ਦੇਣ ਤਾਂ ਕਿ ਇੱਕ ਸੰਗਤ ਦੀ ਪੱਕੀ ਇੱਕ ਰਾਏ ਬਣ ਸਕੇ, ਨਾ ਕਿ ਇੱਥੇ ਵੀ ਉਹੀ ਮੁੱਢ ਵੱਜ ਜਾਵੇ ਜਿਹੜਾ ਇੱਥੇ ਦੇਸ਼ ਪੰਜਾਬ ਦੇ ਵਿੱਚ ਹਰ ਰੋਜ਼ ਬੇਅਦਬੀ ਦਾ ਕਾਰਨ ਬਣ ਰਿਹਾ, ਹਰ ਰੋਜ਼ ਬੇਅਦਬੀ ਹੋ ਰਹੀ, ਇੱਥੇ ਵੀ ਉਹੀ ਕੰਮ ਸ਼ੁਰੂ ਹੋ ਜਾਵੇ। ਸੋ ਇਹੋ ਹੀ ਅਸੀਂ ਬੇਨਤੀ ਕਰਨਾ ਚਾਹੁੰਦੇ ਸੀ, ਔਰ ਧੰਨਵਾਦ ਤੁਹਾਡਾ ਕਿ ਤੁਸੀਂ ਬਿਲਕੁਲ ਨਿਰਪੱਖ ਹੋ ਕੇ ਉਹ ਸਾਰੀ ਗੱਲਬਾਤ ਰੱਖੀ ਆ। ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ। ਧੰਨਵਾਦ ਜੀ। 1:30 ਹੋਇਆ ਜੀ। ਮੈਡੀਕਲ ਸਿਸਟਮ ਦੀ ਮੈਂ ਇਸ ਹਿੱਸੇ ਦੇ ਵਿੱਚ ਗੱਲ ਕਰਨੀ ਹੈ ਕਿ ਸਾਡਾ ਜਿਹੜਾ ਡਾਕਟਰੀ ਸਹਾਇਤਾ ਵਾਲਾ, ਡਾਕਟਰਾਂ ਵਾਲਾ ਢਾਂਚਾ ਹੈ, ਉਹ ਕਿਵੇਂ ਚੱਲ ਰਿਹਾ? ਤੁਹਾਡੀ ਜਿੱਥੇ ਟੈਸਟ ਕਰਾਉਣ ਜਾਂਦੇ ਹੋ, ਲੈਬਸ ਨੇ ਜਿਹੜੀਆਂ, ਉਹਨਾਂ ਦੀ ਸਰਵਿਸ ਕਿਹੋ ਜੀ, ਵੇਟਿੰਗ ਕਿੰਨੀ ਹੈ, ਡਾਕਟਰਸ ਜਿਹੜੇ ਨੇ ਉਹਨਾਂ ਦੀ ਅਪਾਇੰਟਮੈਂਟ ਕਿਵੇਂ ਮਿਲਦੀ, ਇਸ ਤੇ ਗੱਲ ਕਰਨੀ ਹੈ। ਤਾਂ ਉਦੋਂ ਪਹਿਲਾਂ ਸਾਹਿਬ ਪਿਆਰਾ ਸਿੰਘ, ਲਾਈਨ ਨੰਬਰ 2, ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਆਪ ਜੀ ਨੂੰ ਤੇ ਆਪ ਦੇ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਖਾਲਸਾ ਵਾਹਿਗੁਰੂ ਕੀ ਫਤਿਹ ਜੀ। ਖਾਲਸਾ। ਮੇਰੇ ਇੱਕ ਸੁਝਾਅ ਸੀਗਾ ਜੀ, ਕਿਉਂਕਿ ਗੁਰਦੁਆਰਿਆਂ ਦੇ ਵਿੱਚ ਜਿਹੜੀ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਵੀ ਚਾਦਰ ਲੋਕਾਂ ਨੇ ਸਾਂਭੀ ਹੋਈ ਹੈ ਤੇ ਜਿੱਧਰ ਨੂੰ ਮਰਜ਼ੀ ਕਮਿਊਨਿਟੀ ਨੂੰ ਕ੍ਰਿਸੀ ਫਿਰਦੇ ਆ, ਤੇ ਬੇਨਤੀ ਇਹ ਸੀਗੀ ਵੀ ਜਿਹੜੀ ਵੀ ਇਹ ਆਪਾਂ ਹੁਣ ਜਿਹੜੀ ਸੁਝਾਅ ਦਿੱਤਾ ਵੀ ਇਕੱਠੇ ਹੋ ਕੇ ਸਲਾਹ ਬਣਾਈਏ, ਤਾਂ ਇਹ ਜੀ ਮੀਟਿੰਗ ਦੇ ਵਿੱਚ ਸਿਰਫ ਉਹੀ ਗੁਰਦੁਆਰੇ ਸੱਦਣੇ ਚਾਹੀਦੇ ਆ ਜਿੱਥੇ ਸੰਗਤ ਦਾ ਕੰਟਰੋਲ ਹੋਵੇ। ਜਿਹੜੇ ਪ੍ਰਾਈਵੇਟ ਗੁਰਦੁਆਰੇ ਜਿੱਥੇ ਚੌਧਰੀ ਆਪ ਵੀ ਬਣੇ ਹੋਏ ਨੇ, ਆਪ ਕਈ ਫੈਮਲੀਆਂ ਨੇ ਓਨ ਕਰਦੀਆਂ ਨੇ, ਉਹਨਾਂ ਨੂੰ ਬਿਲਕੁਲ ਉਹਨਾਂ 'ਚ ਸ਼ਾਮਲ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਤਾਂ ਫਿਰ ਪਾਲਿਸੀ ਪਬਲਿਕ ਦੀ ਨਹੀਂ ਹੋਏਗੀ, ਉਹ ਤਾਂ ਉਹਨਾਂ ਦੀ ਆਪਣੀ ਜ਼ਾਤੀ ਖਿਆਲ ਨੇ। ਤੇ ਇਹੀ ਬੇਨਤੀ ਸੀਗੀ। ਹਾਂਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਧੰਨਵਾਦ ਬਹੁਤ ਬਹੁਤ। ਪ੍ਰਬੰਧਕ ਇਸ ਨੂੰ ਨੋਟ ਕਰਨ ਜੀ, ਪ੍ਰੋਗਰਾਮ ਸੁਣਦੇ ਨੇ ਤੇ ਡਿਸੀਜ਼ਨ ਤੁਹਾਡਾ ਸਾਰਿਆਂ ਦਾ। ਅੱਛਾ, ਮੈਂ ਪਿਛਲੇ ਕਈ ਦਿਨਾਂ ਦੇ ਕੁਝ ਸੁਝਾਅ ਆ ਰਹੇ ਸੀ ਵੀ ਜਦ ਅਸੀਂ ਟੈਸਟ ਕਰਾਉਣ ਜਾਂਦੇ ਹਾਂ, ਵੇਟਿੰਗ ਤੇ ਜਾਂ ਫਿਰ ਅਸੀਂ ਡਾਕਟਰ ਦੀ ਅਪਾਇੰਟਮੈਂਟ ਤੇ ਕੋਵਿਡ ਦੇ ਚੱਲਦੇ ਆ ਫੋਨ ਤੇ ਸਾਰੀ ਗੱਲਬਾਤ ਚੱਲ ਰਹੀ ਹੈ ਵੀ ਫੋਨ ਤੇ ਉਹ ਤੁਹਾਡੇ ਸੁਝਾਅ ਲੈਂਦੇ ਨੇ, ਫੋਨ ਤੇ ਤੁਹਾਨੂੰ ਦਵਾਈਆਂ ਦਿੰਦੇ ਨੇ। ਇਸ ਦੇ ਲਈ
ਇਹ ਕਿਉਂਕਿ ਆਪਾਂ ਇਸ ਵਿਸ਼ੇ ਤੇ ਵਾਹਵਾ ਚਿਰ ਹੋ ਗਿਆ, ਹੁਣ ਇਲੈਕਸ਼ਨ ਦੇ ਦਿਨ ਚੱਲਦੇ ਨੇ, ਇਸ ਨੂੰ ਵੀ ਆਪਾਂ ਅੱਜ ਪੜਚੋਲ ਲਈ ਵੀ ਵਾਕਿਆ ਹੀ ਜਿਹੜਾ ਇਹ ਗੱਲ ਚੱਲ ਰਹੀ ਹੈ ਠੀਕ ਕਿ ਬਈ ਜਿਹਦੀ ਮਨ ਦੇ ਵਿੱਚ ਸਾਡੇ ਬਹੁਤ ਵੱਡਾ ਮਾਣ ਹੈ ਕਿ ਸਾਡਾ ਜਿਹੜਾ ਮੈਡੀਕਲ ਦਾ ਸਿਸਟਮ ਇੱਥੇ ਬਹੁਤ ਚੰਗਾ, ਕੀ ਵਾਕਈ ਸਿਸਟਮ ਚੰਗਾ ਹੈ ਜਿਹਦੇ ਤੋਂ ਤੁਸੀਂ ਖੁਸ਼ ਹੋ, ਜਾਂ ਫਿਰ ਕੁਝ ਕਮੀਆਂ ਨੇ ਜਿਹੜੀਆਂ ਠੀਕ ਹੋਣੀਆਂ ਚਾਹੀਦੀਆਂ? ਕੀ ਇਸ ਤਰ੍ਹਾਂ ਦੀ ਗੱਲ ਹੈ ਕਿ ਇਹ ਜਿਹੜੀ ਗੱਲ ਚੱਲ ਰਹੀ ਹੈ ਮੁੜ ਮੁੜ ਕੇ ਕਿ ਯਾਰ ਬਈ ਤੇ 4 ਪੈਸੇ ਦੇ ਕੇ ਪੰਜਾਬ ਦੇ ਵਿੱਚੋਂ ਇਲਾਜ ਨਾ ਕਰਾਈਏ, ਪੰਜਾਬ ਦੇ ਡਾਕਟਰ ਇੱਥੇ ਦੀਆਂ ਦਵਾਈਆਂ ਦੇਖ ਕੇ ਇਹ ਤਾਂ ਦਵਾਈਆਂ 15 ਸਾਲ ਪੁਰਾਣੀਆਂ ਅਸੀਂ 15 ਸਾਲ ਪਹਿਲਾਂ ਦਿੰਦੇ ਸੀ। ਤੇ ਤੁਸੀਂ ਇਸ ਦੇ ਬਾਰੇ ਅੱਜ ਸੁਝਾਅ ਤੁਹਾਡਾ ਜਿਹੜਾ ਮੈਂ ਲੈਣਾ ਚਾਹੁੰਦਾ ਕਿ ਕੀ ਸਾਡਾ ਇਸ ਇਲੈਕਸ਼ਨ ਦੇ ਵਿੱਚ ਇਹ ਸਵਾਲ ਤੁਹਾਡੇ ਕਰਨੇ ਬਣਦੇ ਆ? ਜਦ ਕੋਈ ਵੀ ਪਾਰਟੀ ਦਾ ਕੈਂਡੀਡੇਟ ਆਉਂਦਾ ਵੋਟਾਂ ਲੈਣ, ਉਹਨੂੰ ਪੁੱਛ ਸਕਦੇ ਹੋ ਤੁਸੀਂ ਵੀ ਭਾਈ ਮੈਡੀਕਲ ਲਈ ਕੀ ਹੈ, ਨਵਾਂ ਕੀ ਕਰ ਰਹੇ ਹੋ? ਵੇਟਿੰਗ ਜਿਹੜੀ ਫਿਜ਼ੀਸ਼ੀਅਨ ਹੈ ਨਹੀਂ, ਬਾਹਰਲੇ ਡਾਕਟਰ ਨੂੰ ਤੁਸੀਂ ਰੈਜ਼ੀਡੈਂਸੀ ਨਹੀਂ ਦਿੰਦੇ ਕਰਕੇ ਜਵਾਕ 5-5 ਲੱਖ ਡਾਲਰ ਲਾ ਕੇ ਬਾਹਰਲੇ ਦੇਸ਼ਾਂ ਚੋਂ ਤੇ ਫਿਰ ਮੁੜ ਕੇ ਉਹ ਅਮਰੀਕਾ ਜਾਂਦੇ ਆ, ਉੱਥੇ ਰੈਜ਼ੀਡੈਂਸੀ ਕਰਦੇ ਆ, ਕਈ ਫਿਰ ਉੱਥੇ ਸੈੱਟ ਹੋ ਜਾਂਦੇ ਆ, ਕਈ ਉਰੇ ਆ ਜਾਂਦੇ ਆ। ਤੇ ਪਰ ਕੀ ਤੁਹਾਨੂੰ ਜਿਹੜਾ ਇਹ ਸਿਸਟਮ ਜਿਹਦੇ ਕਰਕੇ ਸਾਨੂੰ ਬਹੁਤ ਮਾਣ ਸੀ ਇੱਥੇ ਦੇ ਸਿਸਟਮ 'ਚ, ਇਹ ਠੀਕ ਚੱਲ ਰਿਹਾ ਸਾਰਾ ਕੁਝ? 1844 247 1550 1844 247 1550 ਆਨਲਾਈਨ ਨੰਬਰ ਹੈ। ਮਦਰ ਇੰਡੀਆ ਦੇ ਪ੍ਰੋਡਕਟਸ ਜਿਹੜੇ ਨੇ ਕੈਲੀਫੋਰਨੀਆ ਦੇ ਵਿੱਚ ਹੁਣ ਲਗਭਗ ਸਾਰੇ ਪਹੁੰਚ ਰਹੇ ਨੇ ਤੇ ਮਨਪ੍ਰੀਤ ਸਿੰਘ ਮਾਨ ਮੰਟੀਕਾ ਦੇ ਵਿੱਚ ਮਦਰ ਇੰਡੀਆ ਦੇ ਕੈਲੀਫੋਰਨੀਆ ਦੇ ਇੱਕੋ ਇੱਕ ਰਿਟੇਲਰ ਨੇ। 925 895 4208 9258954208 ਮਨਪ੍ਰੀਤ ਸਿੰਘ ਮਾਨ ਦਾ ਨੰਬਰ ਹੈ। ਲੋਕਲ ਜੇ ਤੁਸੀਂ ਜਾਣਾ ਤਾਂ ਤੁਹਾਨੂੰ ਪਤਾ ਹੀ ਹੈ, ਮੇਨ ਸਟਰੀਟ ਤੇ ਮਦਰ ਇੰਡੀਆ ਸ਼ੁਕਲਾ ਜੀ ਇੱਥੇ ਬਹਿੰਦੇ ਆ। 604 430 6072 ਉਹਨਾਂ ਦਾ ਨੰਬਰ ਹੈ। ਤੇ ਮਦਰ ਇੰਡੀਆ ਦੇ ਪ੍ਰੋਡਕਟਸ ਬਹੁਤ ਨੇ, ਬਹੁਤ ਲੰਮੀ ਲਿਸਟ ਹੈ ਜਿੱਥੋਂ ਤੁਸੀਂ ਜਿਹੜਾ ਕੁਝ ਵੀ ਸਕਿਨ ਦੇ ਲਈ ਤੇ ਜਾਂ ਫਿਰ ਵਾਲਾਂ ਦੇ ਲਈ ਤੇ ਗੱਲ ਕੀ ਬਹੁਤ ਕੁਝ ਹੈ ਜਿਹੜਾ ਤੁਸੀਂ ਉੱਥੋਂ ਜਿਹੜਾ ਸਮਾਨ ਸੀ। ਖਾਸ ਤੌਰ ਤੇ ਹੇਅਰ ਡਾਈ ਸ਼ੈਂਪੂ, ਉਹਨਾਂ ਦਾ ਹੇਅਰ ਡਾਈ ਸ਼ੈਂਪੂ ਜਿਹੜਾ ਹੈ 8-9 ਅਲੱਗ-ਅਲੱਗ ਸ਼ੇਡ ਰੰਗਾਂ 'ਚ ਆਉਂਦਾ ਤੇ ਹੁਣ ਬੋਟਲਸ ਦੇ ਵਿੱਚ ਆਉਂਦਾ। ਕੁਛ ਖਰਾਬ ਨਹੀਂ ਹੁੰਦਾ, ਜਿੰਨੀ ਕੁ ਜ਼ਰੂਰਤ ਹੈ, ਜਿੱਥੇ ਜਿੰਨੇ ਕੁ ਵਾਲ ਨੇ ਉਹਨਾਂ ਕੁ ਕੱਢ ਲਓ ਤੇ ਲਾ ਲਓ। ਤੇ 604 430 6072 ਸ਼ੁਕਲਾ ਜੀ ਦਾ ਨੰਬਰ ਹੈ। 925 895 4208 ਮਨਪ੍ਰੀਤ ਸਿੰਘ ਮਾਨ ਦਾ ਮੰਟੀਕੇ ਦਾ ਨੰਬਰ। ਮੈਡੀਕਲ ਡਾਕਟਰਾਂ ਦਾ ਸਿਸਟਮ ਜਿਹੜਾ ਹੈ, ਡਾਕਟਰ ਤੁਹਾਨੂੰ ਜਾਂ ਤੁਸੀਂ ਜਾਣਦੇ ਹੋ, ਦੇਖਦੇ ਹੋ ਸਰਵਿਸਿਜ਼ ਜਾਂ ਲੈਬੋਰਟਰੀ ਦੇ ਵਿੱਚ ਆਪਣਾ ਚੈੱਕਅਪ ਕਰਾਉਣ ਜਾਂਦੇ ਹੋ, ਖੂਨ ਜਾਂ ਕੋਈ ਹੋਰ ਟੈਸਟ ਜਿਹੜੇ ਨੇ, ਉਸ ਦੀ ਵੇਟਿੰਗ, ਉਸ ਦੀ ਲਾਈਨਅਪ। ਹਸਪਤਾਲ ਦੇ ਵਿੱਚ ਜਾਂਦੇ ਹੋ ਤਾਂ ਸਰੀ ਹਸਪਤਾਲ ਦੇ ਵਿੱਚ ਕਿੰਨੀ ਕੁ ਵੇਟ ਹੈ, ਨਵਾਂ ਹਸਪਤਾਲ ਜਾਨੂੰ ਆਊ, ਜਾਨੂੰ ਸਰੀ ਦਾ ਸਾਈਜ਼ ਕੀ ਹੋਊ, ਜਾਂ ਐਬਸਫੋਰਡ ਦੇ ਵਿੱਚ ਜਿੱਥੇ ਵੀ ਜਿਹੜੇ ਸ਼ਹਿਰ ਚੋਂ ਆਪਣੇ ਡਾਕਟਰਾਂ ਦਾ ਤੇ ਆਪਣੇ ਹਸਪਤਾਲਾਂ ਦਾ ਕੀ ਹਾਲ ਹੈ। ਕੀ ਸਾਨੂੰ ਹੁਣ ਜਿਹੜੇ ਆਪਣੇ ਚੱਲ ਰਹੇ ਆ ਜਿਹੜੀ ਕੈਂਪੇਨ, ਇਹਦੇ ਵਿੱਚ ਪੁੱਛਣਾ ਚਾਹੋਗੇ ਤੁਹਾਡਾ ਕੋਈ ਹੈ ਮੁੱਦਾ ਇਸ ਦੇ ਬਾਰੇ ਸੋਚਣ ਲਈ? ਬਾਕੀ ਪੋਲਸ ਅੱਜ ਦੀਆਂ ਜਿਹੜੀਆਂ ਨੇ 338 ਕੈਨੇਡਾ, 338 ਕੈਨੇਡਾ ਜਿਸ ਨੂੰ ਮੈਂ ਫੋਲੋ ਕਰਦਾ, ਉਹਦੇ ਵਿੱਚ ਅੱਜ ਵਿੱਥ ਖਤਮ ਹੋ ਗਈ, 0.7 ਦੀ ਰਹਿ ਗਈ। 32.7 ਤੇ ਲਿਬਰਲ ਹੈ, 32% ਤੇ ਜਿਹੜੀ ਕੰਸਰਵੇਟਿਵ ਪਾਰਟੀ ਹੋ ਗਈ। NDP 20 ਤੇ ਬੈਠੀ ਤੇ ਜਿਹੜੀ ਹੈ ਸ਼ੁਰੂ ਜਿਹੜੀਆਂ ਹੋਈਆਂ ਜਿੱਦਣ ਕੈਂਪੇਨ ਹੋਈ ਆ ਉਸ ਦਿਨ ਆਲਮੋਸਟ ਜਿਹੜੀ ਹੈ 35% ਤੇ ਸੀ ਆਪਣੀ ਲਿਬਰਲ ਤੇ ਆਲਮੋਸਟ ਜਿਹੜੀ ਹੈ 28% ਤੇ ਸੀ ਕੰਸਰਵੇਟਿਵ ਪਾਰਟੀ। ਤੇ ਉਸ ਤੋਂ ਲੈ ਕੇ ਅੱਜ ਹੁਣ 32.7 ਤੇ 32 ਤੇ ਨੇ ਸੀਟਾਂ ਜਿਹੜੀਆਂ 141 ਦਿਖਾ ਰਹੇ ਨੇ ਲਿਬਰਲਸ ਦੀਆਂ, +- 42। 131 ਦਿਖਾ ਰਹੇ ਨੇ ਕੰਸਰਵੇਟਿਵ ਪਾਰਟੀ ਦੀਆਂ, +- 35। 37 ਦਿਖਾ ਰਹੇ ਨੇ NDP ਦੀਆਂ, +- 16।
ਗੁਰਦੀਪ ਸਿੰਘ ਜੀ, ਲਾਈਨ ਨੰਬਰ 2। ਤੁਹਾਡੀ ਆਵਾਜ਼ ਸੁਣਦੀ ਜੀ, ਤੁਹਾਨੂੰ ਆਵਾਜ਼ ਸੁਣ ਰਹੀ ਮੇਰੀ? ਹਾਂਜੀ ਹਾਂਜੀ, ਸੁਣ ਰਹੀ ਹੈ ਜੀ, ਸੁਣ ਰਹੀ ਹੈ, ਸੁਣ ਰਹੀ। ਉਹ ਗੱਲ ਤਾਂ ਬੇਨਤੀ ਹੈ ਕਿ ਤੁਸੀਂ ਇਹ ਕੈਂਪੇਨ ਬਾਰੇ ਪੁੱਛਿਆ ਸੀ, ਕੋਈ ਕੰਸਰਨ ਜਾਂ ਕਿੱਦਾਂ? ਉਹ ਜਿਹੜੀ ਚੀਜ਼ ਤੁਹਾਡੇ BC ਚ ਪ੍ਰਧਾਨ ਮੰਤਰੀ ਸਾਹਿਬ ਕਹਿ ਕੇ ਗਏ, ਪਤਾ ਨਹੀਂ ਤਾਂ ਅਣਗਹਿਲੀ ਦਾ ਉਹ ਸਬੱਬ ਸੀ ਜਾਂ ਕੀ ਸੀ, ਜਿਹੜੀ ਬੈਂਕ ਆਫ ਕੈਨੇਡਾ ਦੀ ਮੋਨੀਟਰਿੰਗ ਪਾਲਿਸੀ ਬਾਰੇ ਉਹਨਾਂ ਨੇ ਬੜਾ ਕਹਿ ਲਓ ਚਲਮਾ ਜਿਹਾ ਜਵਾਬ ਦੇ ਦਿੱਤਾ, ਜਿਹੜਾ ਕਿ ਇਹ ਪਾਲਿਸੀ ਜਿਹੜੀ ਆ ਹਰ ਇੱਕ ਬੰਦੇ ਦੀ ਜ਼ਿੰਦਗੀ ਨੂੰ ਬੜੀ ਪ੍ਰਭਾਵਿਤ ਕਰਨ ਵਾਲੀ ਆ। ਯਾਨੀ ਜਿਹੜਾ ਇਨਫਲੇਸ਼ਨ ਵੱਧਦਾ ਉਹਨੂੰ ਬੈਲੈਂਸ ਕਿਵੇਂ ਰੱਖਣਾ ਬੈਂਕ ਆਫ ਕੈਨੇਡਾ ਦਾ ਜਿਹੜਾ ਇਹ ਫਰਜ਼ ਆ, ਪਰ ਉਹਨਾਂ ਨੇ ਕੋਈ ਬਹੁਤਾ ਸੀਰੀਅਸ ਜਵਾਬ ਨਹੀਂ ਦਿੱਤਾ। ਏਦਾਂ ਲੱਗਦਾ ਵੀ ਜਿੱਦਾਂ ਸਾਰਾ ਕੁਛ ਉਹ ਵੀ ਬਾਬੂਸ਼ਾਹੀ ਤੇ ਛੱਡ ਕੇ ਤਾਂ ਤੁਰੇ ਫਿਰਦੇ ਆ। ਉਹ ਬਹੁਤ ਮੇਰੇ ਹਿਸਾਬ ਨਾਲ ਤੋਂ ਸਮਝਣ ਵਾਲੀ ਗੱਲ ਆ। ਅੱਜ ਤੋਂ 20-25 ਸਾਲ ਪਹਿਲਾਂ ਇਹ ਚੀਜ਼ਾਂ ਬੜੀਆਂ ਮੀਨ ਰੱਖਦੀਆਂ ਹੁੰਦੀਆਂ ਸੀ ਕਿ ਵੀ ਬੜਾ ਕਲੋਜ਼ਲੀ ਉਹ ਮੋਨੀਟਰ ਕਰਦੇ ਹੁੰਦੇ ਸੀ ਕਿ ਕਿੰਨਾ ਇਨਫਲੇਸ਼ਨ ਵੱਧ ਗਿਆ, ਲੋਕਾਂ ਦੀ ਜ਼ਿੰਦਗੀ ਕਿਵੇਂ ਚੱਲੂ। ਉਹਦੇ ਬਾਰੇ ਮੈਨੂੰ ਬਹੁਤ ਇਸ ਚੀਜ਼ ਦਾ ਮਤਲਬ ਬੁਰਾ ਲੱਗਾ ਕਿ ਟਰੂਡੋ ਸਾਹਿਬ ਨੇ ਕੋਈ ਉਹਨੂੰ ਖਾਸ ਅਹਿਮੀਅਤ ਹੀ ਨਹੀਂ ਦਿੱਤੀ ਜਦੋਂ ਉਹਨੂੰ ਸਵਾਲ ਉਹ ਪੁੱਛ ਰਿਹਾ ਸੀ। ਹਾਲਾਂਕਿ ਉਹ ਆਪਣੇ ਨੈਸ਼ਨਲ ਮੀਡੀਆ ਦੇ ਵਿੱਚ ਅੱਜ ਬਹੁਤ ਵੱਡੀ ਇਸ ਚੀਜ਼ ਦਾ ਲੋਕਾਂ ਨੇ ਨੋਟਿਸ ਲਿਆ ਸੀਗਾ, ਜਿਹੜੇ ਵੱਡੇ ਮੀਡੀਆ ਹਾਊਸ ਆ। ਪਰ ਇਹ ਮੇਰਾ ਕੰਸਰਨ ਹੈ ਕਿ ਉਹਨਾਂ ਨੂੰ ਇਹਦੇ ਬਾਰੇ ਜ਼ਰੂਰ ਸੀਰੀਅਸ ਹੋ ਕੇ ਜਵਾਬ ਦੇਣਾ ਚਾਹੀਦਾ, ਨਾ ਕਿ ਚਲਮੀ ਜੀ ਗੱਲ ਕਰਕੇ ਕਿ ਜੀ ਆਮ ਡੂਇੰਗ ਥਿੰਗਸ ਫॉर द ਫੈਮਿਲੀ। ਫੈਮਿਲੀ ਦੇ ਲਈ ਹੁਣ ਜਿਹੜਾ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਪ੍ਰਭਾਵ ਆ ਉਹ ਫੈਮਿਲੀਜ਼ ਦਾ ਮੈਟਰ ਆ, ਪਰ ਉਹਨੂੰ ਇਹਨਾਂ ਨੇ ਬਹੁਤ ਜਿੱਦਾਂ ਲਾਈਟਲੀ ਲਿਆ। ਦੈਟਸ ਵਾਟ ਆਮ ਟ੍ਰਾਈਂਗ ਟੂ ਸੇ। ਥੈਂਕ ਯੂ। ਅੱਛਾ, ਇੱਕ ਸ਼ਾਹ ਸਾਹਿਬ, ਜਿਹੜੀ ਜ਼ਿੰਦਗੀ ਲੋਕਾਂ ਦੀ ਤੰਗ ਹੋ ਗਈ, ਮੈਂ ਉਹ ਪਿਛਲੇ ਦਿਨੀ ਗੱਲ ਕਰ ਰਿਹਾ ਸੀ, ਉਹ ਕਹਿੰਦੇ ਜੀ ਟੈਕਸ ਫ੍ਰੀ ਤੁਹਾਡਾ ਫਸਟ ਪਹਿਲਾ ਘਰ ਲੈਣ ਲਈ 40,000 ਤੇ ਟੈਕਸ ਕੋਈ ਨਹੀਂ ਹੋਊਗਾ, ਟੈਕਸ ਫ੍ਰੀ ਸੇਵਿੰਗ ਅਕਾਊਂਟ ਵਾਂਗੂ ਉਹਨਾਂ ਤੁਸੀਂ ਘਰ ਲੈ ਲਓਗੇ। 40,000 ਜੁੜੂ ਕਿਹਦੇ ਕੋਲ? ਇੱਥੇ ਕੌਣ ਜੋੜੂਗਾ ਜੀ 40,000? ਮੈਨੂੰ ਤਾਂ ਇਹ ਵੀ ਇੱਕ ਇਸ਼ੂ ਹੈ। ਉਹ ਮੈਨੂੰ ਜੀ ਬਹੁਤਾ ਪੈਸੇ ਧੇਲੇ ਬਾਰੇ ਤਾਂ ਨਹੀਂ ਪਤਾ, ਉਹਦਾ ਆਪਣੀ ਕਮਿਊਨਿਟੀ ਤਾਂ ਬਹੁਤ ਕਹਿੰਦੇ ਕਿ ਸਾਨੂੰ ਪੈਸਿਆਂ ਬਾਰੇ ਹੀ ਪਤਾ, ਹੋਰ ਕੋਈ ਬਾਰੇ ਪਤਾ ਨਹੀਂ। ਪਰ ਮੋਨੀਟਰੀ ਪਾਲਿਸੀ ਜਿਹੜੀ ਆ ਉਹਦੇ ਬਾਰੇ ਕਿਸੇ ਦਾ ਕੋਈ ਧਿਆਨ ਨਹੀਂ ਹੈ। ਜਿਹੜਾ ਉਹ 40,000 ਕਹਿੰਦੇ ਉਹਦਾ ਮੈਨੂੰ ਪੂਰੀ ਤੋਂ ਉਹਦੀ ਸਮਝ ਨਹੀਂ ਗਈ, ਪਰ ਮੈਨੂੰ ਲੱਗਦਾ ਉਹ ਨਹੀਂ ਇਹ ਕਿਹਾ ਵੀ ਜਿਹੜਾ ਹਾਰਪਰ ਨੇ ਉਦੋਂ ਚਲਾਇਆ ਸੀ ਕਿ $5,000 ਤੁਸੀਂ ਟੈਕਸ ਫ੍ਰੀ ਸੇਵਿੰਗ ਅਕਾਊਂਟ 'ਚ ਰੱਖ ਸਕਦੇ ਆ, ਉਹਨੂੰ ਹੀ ਮੇਰਾ ਖਿਆਲ ਡਬਲ ਕਰਨ ਲਈ ਕਹਿੰਦੇ ਆ। ਤੇ ਜਾਂ ਚਲੋ ਜੇ ਨਾ ਵੀ ਡਬਲ ਕਰਨ ਨੂੰ ਕਹਿਣ, ਉਹ ਇਹ ਕਹਿ ਰਿਹਾ ਕਿ ਤੁਸੀਂ ਸੇਵਿੰਗ ਦੀ ਪਾਸੇ ਤੇ ਰੱਖ ਲਓ, ਉਹਦੇ ਤੇ ਹੋਣ ਵਾਲੀ ਕਮਾਈ ਤੇ ਕੋਈ ਟੈਕਸ ਨਾ ਲੱਗੂ ਜੀ, ਜਿੰਨੀ ਕੁ ਮੈਨੂੰ ਸਮਝ ਆਈ ਹੈ। ਪਰ ਏਦਾਂ ਨਹੀਂ ਹੈ ਕਿ ਵੀ ਤੁਸੀਂ ਆਪਣੇ ਵਿੱਚੋਂ ਟੋਟਲ ਇਨਕਮ ਦੇ ਰਿਟਰਨ ਦੇ ਵਿੱਚ ਖਰਚਿਆਂ ਵਜੋਂ ਪਾ ਦਿਓ ਵੀ ਮੈਂ $40,000 ਸਾਈਡ ਤੇ ਰੱਖ ਲਿਆ, ਇਹਦਾ ਮੈਂ ਘਰ ਲੈਣਾ, ਇੱਥੇ ਟੈਕਸ ਨਾ ਲਵੋ। ਏਦਾਂ ਨਹੀਂ ਹੈ ਮੈਨੂੰ ਲੱਗਦਾ। ਉਹ ਥੋੜਾ ਜਿਹਾ ਭੁਲੇਖਾ ਪਾਉ ਜਾਈ ਉਹਨੇ ਅਕਾਊਂਟ ਲਾਇਆ ਕੰਮ। ਬਿਲਕੁਲ ਠੀਕ ਹੈ ਜੀ, ਥੈਂਕ ਯੂ। ਬਹੁਤ ਔਖਾ ਜੀ ਇਹ ਆਉਣ ਵਾਲੀ ਜਨਰੇਸ਼ਨ ਲਈ, ਬਹੁਤ ਔਖਾ ਹੋ ਜਾਣਾ। ਅੱਜ ਇਹ ਹਾਸੇ ਦੀਆਂ ਜਾਂ ਇਹ ਸ਼ੁਗਲ ਦੀਆਂ ਜਾਂ ਕਹਿ ਲਓ ਭਈ ਚਸਕਾ ਲੈਣ ਦੀਆਂ ਗੱਲਾਂ ਇਹ ਰਹਿਣੀਆਂ ਨਹੀਂ। ਦੈਟਸ ਵਾਟ ਆਮ ਵਰੀ ਅਬਾਊਟ। ਬਿਲਕੁਲ, ਮੈਂ ਹਾਂ ਨਹੀਂ ਜੀ, ਬਹੁਤ ਵੱਡਾ ਇਸ਼ੂ ਹੈ। ਹੁਣ ਪੈਨਸ਼ਨ ਪਲਾਨ ਹੈ, ਕੋਈ ਜਿਹੜਾ ਸੈਲਫ ਇੰਪਲਾਇਡ ਹੈ ਉਹ ਤਾਂ ਦੇ ਦਿੰਦਾ $4,000, ਪਰ ਉਹ ਜਿਹਦੇ ਲਈ ਕੰਮ ਕਰਦਾ ਹੈ ਉਹ ਉਹਦੇ 'ਚ ਦੀਵਾਨੀ ਨਹੀਂ ਪਾਉਂਦਾ ਐਮਪਲਾਇਰ। ਕਿੱਥੋਂ ਜਾਊਗਾ ਬੰਦਾ ਕੱਲ ਨੂੰ $1,100 ਨਾਲ? ਮੈਂ ਅੱਜ 54 ਸਾਲਾਂ ਦਾ, ਅੱਜ ਤੋਂ 11 ਸਾਲਾਂ ਨੂੰ $1,100 ਨਾਲ ਮੈਂ ਕਿਵੇਂ ਗੁਜ਼ਾਰਾ ਕਰੂੰਗਾ? ਕਿਵੇਂ $2,200 ਦੇ ਨਾਲ ਇੱਕ ਬੇਸਮੈਂਟ ਨਹੀਂ ਅਫੋਰਡ ਹੋਣੀ ਇੱਕ ਬੈਡਰੂਮ ਦੀ? ਤੇ ਕੋਈ ਇਹਦੇ ਤੇ ਕੰਸਰਨ ਨਹੀਂ, ਸਿਰਫ ਤੇ ਸਿਰਫ ਇਮੀਗ੍ਰੇਸ਼ਨ ਨੂੰ ਕੀ ਕਰੋਗੇ? ਜੇ ਇਮੀਗ੍ਰੇਸ਼ਨ ਦੇ ਉੱਪਰ ਤੁਹਾਡਾ ਤੁਸੀਂ ਇਮੀਗ੍ਰੇਸ਼ਨ ਕਰ ਲਓ, ਦੁਨੀਆ ਤੋਂ ਬੰਦੇ ਲੈ ਆਓ, ਪਰ ਜੇ ਉਹਨਾਂ ਦੀ ਲਿਵਿੰਗ ਵਧੀਆ ਨਾ ਹੋਈ ਕੀ ਕਰੋਗੇ ਤੁਸੀਂ? ਬਸ ਆਹ ਹੀ ਆ ਜੀ, ਜਿਹੜੀ ਤੁਸੀਂ ਆ ਸੈਂਟੈਂਸ ਕਹਿ ਕੇ ਹਟੇ ਨਾ, ਲੋਕ ਅੱਧੀ ਗੱਲ ਸੁਣ ਕੇ ਭੱਜ ਲੈਂਦੇ ਆ ਜੀ। ਉਹ ਇਮੀਗ੍ਰੇਸ਼ਨ ਦੀ ਗੱਲ ਜਦੋਂ ਤੁਹਾਡੇ ਮੂੰਹ ਚੋਂ ਨਿਕਲੀ ਉਹਨੇ ਭੱਜ ਲੈਣਾ। ਮੇਰੇ ਆਪਣੇ ਫਰੈਂਡਸ ਵੀ, ਦੂਜੇ ਵੀ ਸਾਰੇ ਹੀ। ਪਰ ਜਦੋਂ ਦੂਜਾ ਤੁਸੀਂ ਹਿੱਸਾ ਕਹਿੰਦੇ ਵੀ ਭਾਈ ਜਿਹੜੇ ਲਿਆਂਦੇ ਉਹਨਾਂ ਦੀ ਤਾਂ ਬਾਤ ਪੁੱਛ ਲਓ। ਉਹ ਹੁਣ ਸਾਡੇ ਵੀ ਜਵਾਕ ਵੱਡੇ ਹੋ ਗਏ, ਹੁਣ 25-30 ਸਾਲ ਆਇਆ ਨੂੰ ਹੋ ਗਿਆ, ਹੁਣ ਉਹ ਲੱਭ ਰਹੇ ਆ ਕਿ ਉਹਨਾਂ ਨੂੰ ਆਸਟ੍ਰੇਲੀਆ ਭੇਜੀਏ ਕਿ ਕਿੱਥੇ ਭੇਜੀਏ। ਬਿਲਕੁਲ ਠੀਕ, ਬਿਲਕੁਲ। ਕੰਮ ਉਹਨਾਂ ਦਾ ਵੀ ਲੈਂਦਾ, ਜਿਹੜੇ ਵਿਚਾਰੇ ਆਉਂਦੇ ਆ 3-3 ਗੁਣਾ ਪੜ੍ਹਾਈ। ਉਹਨਾਂ ਨੂੰ ਜੇ ਉਹਨਾਂ ਨੂੰ ਸੱਦਿਆ ਆ, ਤੁਸੀਂ ਸਟੂਡੈਂਟ ਵੀਜ਼ੇ ਤੇ ਸੱਦਿਆ, ਉਹਨਾਂ ਨੂੰ ਗਰੰਟੀ ਦੇ ਦਿਓ ਕਿ ਤੁਸੀਂ ਸਕੂਲ ਦੇ ਸਟੱਡੀ ਕਰੋ ਜਾਂ ਕੰਮ ਵੀ ਕਰ ਲਓ, 5 ਸਾਲਾਂ ਬਾਅਦ ਤੁਹਾਨੂੰ ਇਹ ਪੱਕੇ ਕਰ ਲੈਣਾ, ਕਿਸੇ ਦੀ ਮਿਹਨਤ ਪਾਉਣ ਦੀ ਲੋੜ ਨਹੀਂ। ਉਹਨਾਂ ਦੀ ਵੀ ਦਹਾਈ ਜਾਂਦੇ, ਕੁੱਟ ਕਵਾਈ ਜਾਂਦੇ ਆ, ਤੇ ਜਿਹੜਾ ਕੋਈ ਟੈਕਸ ਲੈਂਦੇ ਉਹਨਾਂ ਦੀ
ਬਹੁਤ ਬਹੁਤ ਇੱਕ ਇਹ ਇਸ਼ੂਜ਼ ਨੇ। ਅਸੀਂ ਤਾਂ ਸਿਰਫ ਤੇ ਸਿਰਫ ਇੱਕ ਚਿੱਠੀ ਤੇ ਮੇਰੀ ਭੂਆ ਦਾ ਪੁੱਤ ਆ ਗਿਆ, ਉਹ ਭੂਆ ਦੇ ਪੁੱਤ ਨੂੰ ਸਰਵਾਈਵ ਕਿਵੇਂ ਕਰਾਓਗੇ? ਕੀ ਕਿੱਥੇ ਰੱਖੋਗੇ ਭੂਆ ਦੇ ਪੁੱਤ ਨੂੰ? ਸੱਦ ਕੇ ਵੇਚ ਕੇ ਆਊ ਪਿੱਛੋਂ, ਫਿਰ ਵੇਚ ਕੇ ਜੇ ਆਉਣਾ ਫਿਰ ਉੱਥੇ ਹੀ ਰਹਿ ਲਓ। ਫਿਰ ਇੱਥੇ ਕੀ ਕਰਨ ਆਉਣਾ? ਜੇ 20 ਏਕੜ ਵੇਚ ਕੇ ਕਰੋੜ ਦੀ 4 ਕਰੋੜ ਦੀ ਇੱਥੇ $1 ਮਿਲੀਅਨ ਲੈ ਕੇ ਆਉਣਾ, ਫਿਰ ਉੱਥੇ ਹੀ ਰਹਿ ਲਓ। 1 ਮਿਲੀਅਨ ਨਾਲ ਕੀ ਕਰੋਗੇ? ਇੱਥੇ ਜ਼ਿੰਦਗੀ ਚੱਲ ਜੂ? ਮੈਨੂੰ ਨਹੀਂ ਜੀ ਪਤਾ। ਇਹ ਇਸ਼ੂਜ਼ ਇਹ ਹੋਰ ਹੋ ਗਏ, ਸਾਡੇ ਸਵਾਲ ਇਹ ਪੁੱਛਣ ਦੇ ਹੋ ਗਏ। ਥੈਂਕ ਯੂ ਜੀ ਜਗਰੀਤ ਸਿੰਘ, ਧੰਨਵਾਦ ਬਹੁਤ ਬਹੁਤ। ਸਾਹਿਬ ਮਨਵੀਰ ਸਿੰਘ ਗਰੇਵਾਲ, ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਾਂ ਮੈਡੀਕਲ ਤੇ ਕਰਦੇ ਆ, ਮੈਨੂੰ ਹੋ ਗਏ ਚਲੋ 10-11 ਸਾਲ ਆਏ ਨੂੰ। ਪਰ ਇੱਕ ਵਾਰ ਮੇਰਾ ਵਾਹ ਪਿਆ ਮੈਡੀਕਲ ਸਿਸਟਮ ਨਾਲ, ਯਾਨੀ ਮੇਰਾ ਐਕਸਪੀਰੀਅੰਸ ਵੀ ਕਹਿੰਦੇ ਨੇ ਵੀ ਵਰਡਸ ਤੋਂ ਵੀ ਥੱਲੇ ਜਿੰਨਾ ਕੁ ਆਪਾਂ ਲੈ ਕੇ ਜਾ ਸਕਦੇ ਉਨਾ ਕੁ ਰਿਹਾ। ਕਿਉਂਕਿ ਪਹਿਲੀ ਵਾਰ ਕੋਵਿਡ ਕਰਕੇ ਚਲੋ ਵੈਕਸੀਨ ਲਵਾਈ, ਉਹ ਤੋਂ ਬਾਅਦ ਥੋੜਾ ਜਿਹਾ ਜਿਵੇਂ ਚੱਕਰ ਜਿਹਾ ਘਮਾਉਂਦੀ ਹੈ ਵੈਕਸੀਨ ਇੱਕ ਵਾਰ ਬੰਦੇ ਨੂੰ, ਚੰਗੇ ਭਲੇ ਹੈਲਦੀ ਬੰਦੇ ਨੂੰ। ਮੈਂ ਡਾਕਟਰ ਨਾਲ ਅਪਾਇੰਟਮੈਂਟ ਬਣਾ ਲਈ। ਪਹਿਲਾਂ ਤਾਂ ਅਪਾਇੰਟਮੈਂਟ ਬਣਾਉਣ ਦਾ ਹੀ ਹਫ਼ਤਾ ਲੱਗ ਗਿਆ। ਉਹ ਤੋਂ ਬਾਅਦ ਉਹ ਕਹਿੰਦੇ ਵੀ ਫੋਨ ਤੇ ਹੀ ਕਰਾਂਗੇ ਗੱਲਬਾਤ। ਮੇਰੇ ਅਸਲ 'ਚ ਜਿਵੇਂ ਈਅਰ ਦੀ ਪ੍ਰੋਬਲਮ ਹੋ ਗਈ ਸੀ, ਦੇਖਿਆ ਜਾਵੇ ਉਹ ਹੁਣ ਈਅਰ ਦੀ ਪ੍ਰੋਬਲਮ ਏਦਾਂ ਦੀ ਹੈ ਜੇ ਤੁਸੀਂ ਦੇਖ ਹੀ ਨਹੀਂ ਸਕਦੇ ਜਿਹੜੀ ਚੀਜ਼ ਨੂੰ, ਤੁਸੀਂ ਕਿੱਦਾਂ ਦੱਸ ਸਕਦੇ ਹੋ, ਗੈਸ ਕਰ ਸਕਦੇ ਹੋ ਵੀ ਈਅਰ ਦੇ ਵਿੱਚ ਇੱਕ ਬਿਮਾਰੀ ਤਾਂ ਹੁੰਦੀ ਨਹੀਂ, ਕਿਤੇ ਤੋਂ ਕੀ ਹੋ ਸਕਦਾ ਹੈ ਨਾ। ਮੈਂ ਜਿਹੜੀ ਬਹਿਸਬਾਜ਼ੀ ਕਰਕੇ ਉਹਦੇ ਨਾਲ ਅਪਾਇੰਟਮੈਂਟ ਬਣਾਈ ਤੇ ਦੈਨ ਉਹਨਾਂ ਨੇ ਚਲੋ ਹੋ ਗਿਆ, ਚਲੋ ਕੰਸਰਨ ਕੀਤਾ ਜੋ ਵੀ ਹੋਇਆ। ਉਹ ਤੋਂ ਬਾਅਦ ਮਤਲਬ ਮੈਨੂੰ ਉਹ ਤੋਂ ਬਾਅਦ ਕੋਈ ਫੋਲੋ ਅਪ ਨਹੀਂ, ਕੋਈ ਕੁਛ ਨਹੀਂ। ਮਤਲਬ ਉਹਦਾ ਮੈਨੂੰ ਕੋਈ ਬੜਾ ਸਿਸਟਮ ਜਿਹਾ ਵਧੀਆ ਲੱਗਿਆ। ਇੱਕ ਵਾਰ ਗਿਆ 10 ਸਾਲਾਂ ਦੇ ਵਿੱਚ। ਪਹਿਲਾਂ ਚਲੋ ਆਪਾਂ ਹੁਣ ਤੱਕ ਭਰਦੇ ਵੀ ਰਹੇ ਹਾਂ, ਜਦੋਂ 2017 ਤੱਕ ਆਪਾਂ ਉਹਦੀ ਮੈਡੀਕਲ ਦਾ ਵੀ, ਜੇ ਉਹਦਾ ਬੈਨੀਫਿਟ ਆਪਾਂ ਉਹਦੇ ਨਾਲ ਆਪਾਂ ਚਾਹੁੰਦੇ ਹਾਂ ਵੀ ਹਾਂ ਮੈਡੀਕਲ ਸਿਸਟਮ ਆਪਾਂ ਤੋਂ ਜਿਵੇਂ $70 ਅੱਗੇ ਆਉਂਦੇ ਹੁੰਦੇ ਸੀ, 150 ਲੈ ਲਓ, ਪਰ ਮੈਡੀਕਲ ਸਿਸਟਮ ਥੋੜਾ ਜਿਹਾ ਫਾਸਟ ਕਰੋ ਤੇ ਥੋੜਾ ਜਿਹਾ ਬੰਦੇ ਨੂੰ ਦੇਖੋ ਵੀ ਬੰਦਾ ਚਾਹੁੰਦਾ ਕੀ ਆ। ਜੇ ਹੈਲਥ ਆਪਾਂ ਕਿੰਨੇ ਪੈਸੇ ਨੂੰ ਵੀ ਕੀ ਕਰ ਲਾਂਗੇ ਜਦ ਆਪਾਂ ਬੰਦੇ ਦੀ ਹੈਲਥ ਇੰਪੋਰਟੈਂਟ ਹੈ ਨਹੀਂ। ਮੇਰੇ ਤਾਂ ਇੱਕ ਵਾਰ ਬਾਹ ਪਿਆ। ਦੂਜੀ ਗੱਲ, ਆਪਾਂ ਜੇ ਆਪਾਂ ਫੈਡਰਲ ਇਲੈਕਸ਼ਨ ਵੇਲੇ ਪੁੱਛੀਏ ਤੇ 2 ਪਾਰਟੀਆਂ ਨੂੰ ਪੁੱਛਣ ਵਾਲਾ ਬਣਦਾ, NDP ਤੇ ਲਿਬਰਲ ਦੋਨਾਂ ਨੂੰ। ਮੈਂ ਚਲੋ ਆਪਾਂ ਵੀ NDP ਦੀ ਸਪੋਰਟ ਕੀਤੀ ਹੈ ਜਦੋਂ ਤੁਸੀਂ ਸੀਗੇ ਨਾ, ਪਰ ਆਪਾਂ ਕੁਐਸਚਨ ਆਪਾਂ ਨੂੰ ਹਰ ਇੱਕ ਨੂੰ ਕਰਨਾ ਚਾਹੀਦਾ, ਚਾਹੇ ਤੁਹਾਡਾ ਖਾਸ ਇਹ ਹੋਵੇ। ਤੇ ਵੀ ਜਿਹੜਾ ਫਾਰਮਾ ਕੇਅਰ ਸੀ ਉਹਦਾ ਰੌਲਾ ਬਹੁਤ ਪਿਆ ਪਿਛਲੀ ਵਾਰ, NDP ਨੇ ਵੀ ਪਾਇਆ ਤੇ ਲਿਬਰਲ ਨੇ ਵੀ ਪਾਇਆ, ਤੇ ਦੋਨਾਂ ਨੇ ਸਾਥ ਰਲ ਕੇ ਕਹਿੰਦੇ ਹੁੰਦੇ ਨੇ ਚਲਾਈ ਵੀ ਬਹੁਤ ਆ ਸਰਕਾਰ ਆਪਣੀ 2 ਸਾਲ, ਹਨਾ। ਜਿਵੇਂ ਫ੍ਰੈਂਡਲੀ ਮੈਚ ਚੱਲਦਾ ਰਿਹਾ ਆਪਣਾ 75-25 ਵਾਲਾ ਜਿਵੇਂ ਕਹਿੰਦੇ ਹੁੰਦੇ ਆ, ਤੇ ਉਹਦੇ ਚ ਫਾਰਮਾ ਕੇਅਰ ਦਾ ਇੱਕ ਦਿਨ ਵੀ ਮੇਰੇ ਖਿਆਲ ਚ ਕੋਈ ਬਿੱਲ ਨਹੀਂ, ਕੋਈ ਕੁਛ ਨਹੀਂ, ਉਹਦੇ ਬਾਰੇ ਗੱਲ ਵੀ ਨਹੀਂ ਹੋਈ ਮੁੜ ਕੇ ਵੋਟਾਂ ਤੋਂ ਬਾਅਦ ਵੀ ਫਾਰਮਾ ਕੇਅਰ ਦਾ ਜਿਹੜਾ ਕਵਰ ਕਰਨਾ ਸੀਗਾ। ਚਲੋ ਆਪਾਂ ਮੈਡੀਕਲ ਦਾ ਕਰ ਸਕਦੇ ਹਾਂ, ਪਰ ਕਈ ਫੈਮਿਲੀ ਜਿਹੜੀਆਂ ਨੇ, ਤੁਸੀਂ ਸਾਰਿਆਂ ਨੂੰ ਨਹੀਂ ਕਰਨਾ, ਤੁਸੀਂ ਜਿਹੜੇ ਕੋਈ ਲਾਈਨ ਡਰਾ ਕਰ ਦੋ ਵੀ ਉਹ ਤੋਂ ਘੱਟ ਇਨਕਮ ਵਾਲਿਆਂ ਨੂੰ ਫਾਰਮਾ ਕੇਅਰ ਫ੍ਰੀ ਕਰ ਦੋ, ਵੀ ਤੁਸੀਂ ਮੈਡੀਕਲ ਐਕਸਪੈਂਸਿਸ ਜਿਹੜੇ ਨੇ ਫ੍ਰੀ ਕਰ ਦੋ, ਘਟਾ ਦੋ, ਪਰਸੈਂਟੇਜ ਕੁਛ ਘਟਾਓ, ਪਰ ਵੀ ਇੱਕ ਵੀ ਸਟੈਪ ਨਹੀਂ ਉਹਨਾਂ ਨੇ ਲਿਆ ਮੈਡੀਕਲ ਦੇ ਵਿੱਚ। ਜਿਹੜੀ ਉਹਦੇ ਮੇਨ ਪ੍ਰੋਮਿਸ ਸੀ, ਹੁਣ ਤਾਂ ਪ੍ਰੋਮਿਸ ਰਹਿ ਗਿਆ, ਹੁਣ ਤਾਂ ਹਾਊਸ ਅਫੋਰਡੇਬਿਲਟੀ ਰਹਿ ਗਿਆ ਪ੍ਰੋਮਿਸ, ਹੁਣ ਤਾਂ ਪ੍ਰੋਮਿਸ ਮੁੱਕ ਗਏ ਜਿਹੜੇ ਪਿਛਲੀ ਵਾਰ ਕੀਤੇ ਸੀਗੇ। ਐਤਕੀ ਉਹਨਾਂ ਨੂੰ ਪਤਾ ਜੇ ਹੁਣ ਦੁਬਾਰਾ ਕਰਤੇ ਤਾਂ ਲੋਕਾਂ ਨੇ ਕੁਐਸਚਨ ਆਪ ਕਰਨੇ ਨੇ ਵੀ ਤੁਸੀਂ ਪਿਛਲੀ ਵਾਰ ਵੀ ਕਿਹਾ ਸੀ। ਹੁਣ ਹਾਊਸਿੰਗ ਅਫੋਰਡੇਬਿਲਟੀ ਦਾ ਮੁੱਦਾ ਆਉਂਦਾ, ਜਿਹੜਾ ਸਟ੍ਰੈਸ ਟੈਸਟ ਲਾਇਆ, ਸਟ੍ਰੈਸ ਟੈਸਟ ਨੇ ਤਾਂ ਪਹਿਲਾਂ ਹੀ ਉਹਨਾਂ ਨੂੰ ਬਾਹਰ ਕਰਤਾ ਫਸਟ ਟਾਈਮ ਬਾਇਰ ਨੂੰ ਵੀ ਯੂ ਆਰ ਸੌਰੀ, ਵੀ ਤੁਸੀਂ ਲੈ ਹੀ ਨਹੀਂ ਸਕਦੇ, ਤੁਸੀਂ ਮੌਰਗੇਜ ਹੈ ਨਾ, ਮੌਰਗੇਜ ਨਹੀਂ ਮਿਲੂ, ਤੁਸੀਂ 40,000 ਨਾਲ ਘਰ ਨਹੀਂ ਮਿਲਣਾ, ਮੌਰਗੇਜ ਦੇ ਨਾਲ ਹੀ ਘਰ ਮਿਲਣਾ, ਬੈਂਕਾਂ ਦੇ ਪੈਸੇ ਨਾਲੇ ਘਰ ਖਰੀਦ ਸਕਦਾ ਬੰਦਾ। ਬਿਲਕੁਲ ਆਪਾਂ ਨੂੰ ਕੁਐਸਚਨ ਵੀ ਹਾਂਜੀ, ਇੱਕ ਉਹਨਾਂ ਦਾ ਜਿਵੇਂ ਆਪਣੇ ਆਪ ਨੂੰ ਕੰਟਰਾਡਿਕਟ ਕਰ ਰਹੇ ਨੇ ਉਹ ਦੇਖਿਆ ਜਾਵੇ। ਥੈਂਕ ਯੂ ਵੀਰ। ਪਰਮਵੀਰ, ਲਾਈਨ 2। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਰਮਵੀਰ। ਸਰ ਦੇਖੋ ਜਿਹੜਾ ਮੈਡੀਕਲ ਦੇ ਨਾਲ ਤਾਂ ਮੇਰਾ ਰਿਲੇਟਡ, ਤਾਂ ਮੈਂ ਇਹੀ ਕਹਿਣਾ, ਮੈਂ ਇੱਕ ਟੋਰਾਂਟੋ ਵਾਲੇ ਵੀ ਟਾਕ ਸ਼ੋ ਸੁਣਦਾ ਸੀ, ਤਾਂ ਇੱਧਰ ਵੀ ਕਈ ਵਾਰੀ ਜੇ ਟਾਈਮ ਹੁੰਦਾ ਤਾਂ ਹੁਣ ਦੇਖੋ ਉੱਧਰ ਵੀ ਲੋਕੀ ਰੌਲਾ ਪਾਈ ਜਾਂਦੇ ਆ, ਜਿਹੜੇ ਉਸ ਇੱਧਰ ਸਰੀ ਤੇ ਉੱਧਰ ਬਰੈਂਪਟਨ, ਉੱਧਰ ਵੀ ਕਹਿੰਦੇ ਸਾਡੇ ਕੋਲ ਹਸਪੀਟਲ ਹੈ ਨਹੀਂ, ਸਾਡੇ ਬੰਦੇ ਨੂੰ ਕੇਅਰ ਨਹੀਂ ਮਿਲਦੀ, ਤੇ ਬੰਦੇ ਹਸਪੀਟਲ ਚ ਜਾਂਦੇ ਆ, ਜੇ ਤਾਂ ਇਹ ਥੋੜਾ ਏਜ ਦਾ ਵੱਧ ਆ ਉਹਦਾ ਕੇਅਰ ਹੀ ਨਹੀਂ ਕਰਦੇ, ਉਹ ਤਾਂ ਕਹਿ ਰਿਹਾ ਵੀ ਬਹੁਤ ਦੁਆ ਹੋ ਰਿਹਾ, ਉਹ ਕਹਿ ਰਹੇ ਵੀ ਬੰਦੇ ਮਰਡਰ ਕਰ ਰਹੇ ਕਿਸਮ ਦਾ ਹਸਪੀਟਲਾਂ ਚ, ਮਤਲਬ ਜਾਂ ਤਾਂ ਇਹਨਾਂ ਕੋਲ ਸਪੇਸ ਹੈ ਨਹੀਂ ਜਾਂ ਇਹਨਾਂ ਕੋਲ। ਹੁਣ ਮੈਂ ਇਸੇ ਗੱਲ ਨੂੰ ਮੈਂ ਇਮੀਗ੍ਰੇਸ਼ਨ ਦੇ ਨਾਲ ਲਿਆ ਨਾ, ਹੁਣ ਅਸੀਂ ਜੇ ਬੰਦਾ ਕਹੂਗਾ ਵੀ ਸਾਨੂੰ ਸਹੂਲਤ ਦਿਓ, ਉਹਨੇ ਕਹਿਣਾ ਜੀ ਇਮੀਗ੍ਰੇਸ਼ਨ ਦਾ ਵਿਰੋਧ ਕਰਦਾ। ਅਸਲ ਚ ਹੁਣ ਸਰੀ ਦੇ ਵਿੱਚ ਵੀ ਤੁਸੀਂ ਦੇਖ ਲਓ ਹਸਪੀਟਲ ਬਣਨਾ ਸੀ, ਹੁਣ NDP ਵਾਲੇ ਵੀ ਜਿੱਤ ਗਏ, 2-2.5 ਸਾਲ ਲਾ ਕੇ ਮੁੜ ਕੇ ਫੇਰ ਦੁਬਾਰਾ ਜਿੱਤ ਗਏ। ਹਜੇ ਬਾਕੀ ਤੁਸੀਂ ਦੱਸਿਓ ਅਪਡੇਟ, ਇਹਨੇ ਨੀਆਂ ਨੂਆਂ ਭਰਨੀਆਂ ਸ਼ੁਰੂ ਕਰਤੀਆਂ ਜਾਂ ਹਜੇ ਇਹਨਾਂ ਨੇ? ਨੋ ਹਲੇ ਤਾਂ ਪਲੈਨਿੰਗ ਚੱਲ ਰਹੀ ਹੈ, ਪਲੈਨਿੰਗ ਹਲੇ ਕੁਛ ਨਹੀਂ, ਉੱਥੇ ਫਿਜ਼ੀਕਲੀ ਕੁਛ ਨਹੀਂ, ਪਲੈਨਿੰਗ ਚੱਲ ਰਹੀ।
ਹਾਂਜੀ, ਉਹ ਹੁਣ ਆਹ ਟਰਮ ਜਦੋਂ ਮੁੱਕਣੀ ਹੈ ਫਿਰ ਨੀਆਂ ਭਰ ਦੇਣਗੇ, ਇੱਕ ਇਲੈਕਸ਼ਨ ਹੋਰ ਜਿੱਤ ਲੈਣਗੇ ਇਸ ਹਸਪੀਟਲ ਬਣਾਉਣ ਦੇ ਚੱਕਰ 'ਚ। ਜਾਂ ਉਦੋਂ ਪਹਿਲੀ ਵਾਰੀ ਵੀ ਜਦੋਂ ਇਲੈਕਸ਼ਨ ਜਿੱਤੇ ਆ, ਹਾਲਾਂਕਿ ਇਹ ਚਲੋ ਪ੍ਰੋਵਿੰਸ਼ੀਅਲ ਆ, ਲੇਕਿਨ ਮੈਂ ਫੈਡਰਲ ਨੂੰ ਵੀ ਇਹਦੇ ਨਾਲ ਮੈਂ ਮੰਨਦਾ, ਕਿਉਂਕਿ ਜਿਹੜੀ ਇਮੀਗ੍ਰੇਸ਼ਨ ਆ ਪਾਲਿਸੀ ਆ ਉਹ ਫੈਡਰਲ ਗਵਰਨਮੈਂਟ ਬਣਾਉਂਦੀ ਹੈ ਕਿ ਕਿੰਨੇ ਬੰਦੇ ਅਸੀਂ ਲੈ ਕੇ ਆਉਣੇ ਆ, ਕਿੰਨੇ ਸਾਰੇ ਕਿੱਥੇ ਵਸਾਉਣੇ ਆ, ਕਿੱਥੇ ਰਿਫਿਊਜੀ ਲੈ ਕੇ ਆਉਣੇ ਆ, ਕਿੱਥੇ ਛੱਡਣੇ ਆ। ਇਹ ਫੈਡਰਲ ਗਵਰਨਮੈਂਟ ਕਹਿੰਦੀ ਸਾਨੂੰ ਬੰਦੇ ਚਾਹੀਦੇ ਆ, ਅਸੀਂ ਹੈਵ ਟੂ ਵੀ ਜਿਹੜੀ ਆ ਪਾਪੂਲੇਸ਼ਨ ਨੂੰ ਉਹਨੂੰ, ਕਿਉਂਕਿ ਗਰੋਥ ਘੱਟ ਆ, ਉਹਨੂੰ ਮੇਨਟੇਨ ਕਰਨ ਲਈ ਮੈਂ ਕਹਿੰਦਾ ਹਾਂ ਬਿਲਕੁਲ ਅਸੀਂ ਇਸ ਗੱਲ ਦੀ ਬਿਲਕੁਲ ਇਹ ਤਾਂ ਹੋਣੀ ਚਾਹੀਦੀ ਆ। ਕਿੰਨੇ % ਪਿਛਲੇ 15 ਸਾਲਾਂ ਦੇ ਵਿੱਚ ਪਾਪੂਲੇਸ਼ਨ ਵੱਧ ਗਈ, ਕੀ ਉਸ ਹਿਸਾਬ ਦੇ ਨਾਲ ਫੈਡਰਲ ਗਵਰਨਮੈਂਟ ਨੇ ਫੈਸਿਲਿਟੀਆਂ ਇਨਕਰੀਜ਼ ਕੀਤੀਆਂ? ਜਿਹੜੀ ਸਿਟੀ ਦੀਆਂ ਪਾਪੂਲੇਸ਼ਨ ਡਬਲ ਹੋ ਗਈ, ਕੀ ਬੱਸਾਂ ਡਬਲ ਚੱਲਣ ਲੱਗ ਗਈਆਂ ਉੱਥੇ? ਜੋ ਪਾਪੂਲੇਸ਼ਨ ਡਬਲ ਹੋ ਗਈ, ਡਾਕਟਰ ਤਾਂ ਉਹੀ ਆ, ਡਾਕਟਰ ਤਾਂ ਅੱਜ ਤੋਂ ਜਿੰਨੇ 30 ਸਾਲ ਪਹਿਲਾਂ ਸੀ ਡਾਕਟਰ ਤਾਂ ਉਹੀ ਹੈ। ਕਿ ਡਾਕਟਰ ਦੀ ਪਰਸੈਂਟੇਜ ਕਿੰਨੇ % ਵਧੀ ਹੈ, ਬੈੱਡ ਕਿੰਨੇ % ਵਧੇ ਆ? ਪਾਪੂਲੇਸ਼ਨ ਦਾ ਤੁਸੀਂ ਲਿਆ ਕੇ ਉੱਥੇ ਉਨੀ ਫੈਸਿਲਿਟੀਆਂ ਦੇ ਵਿੱਚ ਹੀ 4 ਗੁਣਾ ਜਾਂ 5 ਗੁਣਾ ਤੱਕ ਵੀ ਤੁਸੀਂ ਕਰ ਦਿੱਤੀ। ਪਰ ਕੀ ਇਸ ਪਲੈਨਿੰਗ ਦੇ ਲਈ ਫੈਡਰਲ ਸਰਕਾਰ ਜ਼ਿੰਮੇਵਾਰ ਨਹੀਂ ਹੈ? ਕਿ ਜਦੋਂ ਵੋਟਾਂ ਮੰਗਣ ਆਣ, ਸਾਡਾ ਇਹ ਮੈਂ ਤਾਂ ਕਹਿੰਦਾ ਅਸੀਂ ਕੁਐਸਚਨ ਉਹਨਾਂ ਨੂੰ ਪੁੱਛੀਏ ਵੀ ਕਿੰਨੇ % ਤੁਸੀਂ ਇਮੀਗ੍ਰੇਸ਼ਨ ਵਧਾਈ ਆ। ਮੈਂ ਇੱਕ ਸਿਟੀ ਦੀ ਗੱਲ ਨਹੀਂ ਕਰਦਾ, ਮੈਂ ਸਾਰੇ ਆਲ ਓਵਰ ਕੈਨੇਡਾ ਦੀ ਗੱਲ ਕਰਦਾ, ਜਿੱਥੇ ਜਿੱਥੇ ਤੁਸੀਂ ਇਨਕਰੀਜ਼ ਕੀਤੀ ਆ ਲਿਆ ਕੇ ਪਾਪੂਲੇਸ਼ਨ ਜਿੱਥੇ ਦੂਜੇ ਲਈ, ਕੀ ਫੈਸਿਲਿਟੀਆਂ ਉਨੇ % ਲੋਕਾਂ ਲਈ ਇਨਕਰੀਜ਼ ਕੀਤੀਆਂ ਤੁਸੀਂ? ਬਿਲਕੁਲ ਠੀਕ। ਜੇ ਨਹੀਂ ਕੀਤੀਆਂ ਤਾਂ ਕਿਉਂ ਨਹੀਂ ਕੀਤੀਆਂ? ਇਹ ਕਿਹਨੇ ਕਰਨੀਆਂ? ਜੇ ਤੁਸੀਂ ਲੋਕਾਂ ਨੂੰ, ਜੇ ਹਸਪੀਟਲ ਜਿਹੜੇ ਬੰਦੇ ਆ, ਤੁਸੀਂ ਹੁਣ ਬੰਦੇ ਜੇ ਇਸ ਕੰਸਰਨ ਦੇ ਨਾਲ ਹੀ ਵੀ ਕਿੰਨੇ ਲੋਕਾਂ ਨਾਲ ਹਸਪੀਟਲ ਦੇ ਵਿੱਚ ਪ੍ਰੋਬਲਮ ਆਉਂਦੀ ਆ ਜਦੋਂ ਉਹਨਾਂ ਨੂੰ ਜਾਣਾ ਪੈਂਦਾ, ਤੁਸੀਂ ਲਾਈਨਾਂ ਖੋਲ ਕੇ ਦੇਖ ਲਓ, ਤੁਸੀਂ ਮੋਸਟਲੀ ਮੈਨੂੰ ਲੱਗਦਾ 90% ਬੰਦਿਆਂ ਨੇ ਕੰਪਲੇਂਟ ਕਰਨੀ ਹੈ ਕਿ ਸਾਨੂੰ ਉੱਥੇ ਟ੍ਰੀਟਮੈਂਟ ਸਹੀ ਨਹੀਂ ਮਿਲਿਆ, ਸਾਨੂੰ ਦੁਬਾਰਾ ਚੇਂਜ ਕਰਨਾ ਪਿਆ ਏਰੀਆ। ਔਰ ਦੂਜਾ ਮੇਰਾ ਲਾਸਟ ਕੰਸਰਨ ਆ ਜਿਹੜੇ ਬੱਚਿਆਂ ਦੀ ਹਾਇਰ ਐਜੂਕੇਸ਼ਨ ਹੈ। ਮਤਲਬ ਮੈਂ ਤਾਂ ਕਹਿੰਦਾ ਜਿਹੜਾ ਬੰਦਾ ਵੀ ਵੋਟਾਂ ਮੰਗਣ ਆਉਣਾ ਹੈ, ਹੁਣ ਫੈਡਰਲ ਗਵਰਨਮੈਂਟ ਉਹਨਾਂ ਨੂੰ ਪੁੱਛਣਾ ਵੀ ਇਹਦੇ ਲਈ ਪਾਲਿਸੀ ਕੀ ਹੈ, ਤੁਸੀਂ ਕੀ ਕੀਤਾ ਇਹਦੇ ਲਈ ਪਿਛਲੇ ਟਰਮਾਂ ਦੇ ਵਿੱਚ? ਜਿਹੜੇ ਬੱਚੇ ਹਾਇਰ ਐਜੂਕੇਸ਼ਨ ਲੈਣ ਲਈ ਬਾਹਰ ਜਾਣਗੇ, ਜਿਨ੍ਹਾਂ ਨੇ ਮਤਲਬ 4 ਗੁਣਾ ਫੀਸਾਂ ਜਿਨ੍ਹਾਂ ਨੇ ਬਾਹਰ ਪੇ ਕਰਨੀਆਂ, ਉਹਦੇ ਲਈ ਜਿਹੜੇ ਹੁਣ ਮਤਲਬ ਇਹ ਗਿਲ ਸਾਹਿਬ ਕਿਹੜਾ ਇਹ ਸਿਸਟਮ ਹੋ ਗਿਆ ਵੀ ਜਿਹੜੇ ਇੰਡੀਆ ਵਾਲੇ ਸਟੂਡੈਂਟ ਇੱਥੇ ਆ ਕੇ 4 ਗੁਣਾ ਫੀਸਾਂ ਦੇਣ, ਜਦੋਂ ਉਹਨਾਂ ਦੇ ਬੱਚੇ ਵੱਡੇ ਹੋ ਗਏ ਉਹ 4 ਗੁਣਾ ਫੀਸਾਂ ਦੇ ਕੇ ਬਾਹਰ ਜਾ ਕੇ ਸਟੱਡੀ ਕਰਨ? ਮਤਲਬ ਇਹਦੇ ਲਈ ਕੀ ਕਰ ਰਹੀ ਹੈ? ਮੈਂ ਤਾਂ ਕਹਿੰਦਾ ਇਕੱਲੇ ਬੰਦੇ ਨੂੰ ਪੁੱਛਣਾ ਚਾਹੀਦਾ। ਗਿਲ ਸਾਹਿਬ ਧੰਨਵਾਦ। ਬਿਲਕੁਲ ਹਾਂ, ਇਹੀ ਸਵਾਲ ਨੇ ਸਾਰੇ ਪੁੱਛੇ ਜਾਣਗੇ, ਮੈਂ ਤਾਂ ਇੱਥੋਂ ਪੁੱਛਣੇ ਹੀ ਨੇ, ਬਾਕੀ ਉਧਰੋਂ ਕੋਈ ਪੁੱਛੇ ਨਾ ਪੁੱਛੇ। ਅਵਤਾਰ ਸਿੰਘ ਜੀ, ਲਾਈਨ ਨੰਬਰ 2। ਗਿਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਥੋੜਾ ਹੀ ਸਮਾਂ ਰਹਿੰਦਾ ਜੀ, ਪਲੀਜ਼ ਦੱਸੋ। ਹਾਂ ਗਿਲ ਸਾਹਿਬ, ਇਹਦੇ ਵਿੱਚ ਜਿਹੜੀ ਸਾਰਿਆਂ ਤੋਂ ਵੱਡੀ ਪ੍ਰੋਬਲਮ ਹੈ ਆਪਣੀ, ਉਹ ਆਪਣੀ ਜਿਹੜੀ ਏਜਿੰਗ ਪਾਪੂਲੇਸ਼ਨ ਆ ਉਹ ਬਹੁਤ ਜ਼ਿਆਦਾ ਵੱਧ ਰਹੀ ਆ ਐਜ਼ ਕੰਪੇਅਰ ਟੂ ਪਾਪੂਲੇਸ਼ਨ। ਜਿਹੜੇ ਹੁਣ ਪੁਰਾਣੇ ਏਜਿੰਗ ਉਹ ਜਿਹੜੀ ਉਹਦੇ ਕਰਕੇ ਡਾਕਟਰ ਦੀ ਜਿਹੜੀ ਆ ਅਵੇਲੇਬਿਲਿਟੀ ਉਹ ਬਹੁਤ ਘਟੀ ਆ। ਜਿਹੜਾ ਆਉਣ ਵਾਲੇ 5-6 ਸਾਲ ਆ ਉਹ 'ਚ ਇਸ ਤੋਂ ਵੀ ਜ਼ਿਆਦਾ ਘਟਣੀ ਆ। ਤੁਹਾਡੇ ਕੋਲ ਟਾਈਮ ਥੋੜਾ ਜਿਹਾ ਹੋਰ ਵੀ ਕੋਈ ਕਾਲ ਹੋਊਗੀ। ਇਹੀ ਮੇਜਰ ਪ੍ਰੋਬਲਮ ਹੈ ਵੀ ਆਪਣੇ ਕੋਲ ਡਾਕਟਰ ਹੀ ਨਹੀਂ ਗਿਆ ਨਾ। ਬਾਕੀ ਤਾਂ ਗੱਲਾਂ ਹੀ ਦੇ, ਜਦ ਤੱਕ ਡਾਕਟਰ ਨਹੀਂ ਬਾਕੀ ਚੀਜ਼ਾਂ ਜਾਂ ਹਸਪਤਾਲ ਵੀ ਬਣਾ ਲਾਂਗੇ। ਜੇ ਆਪਣੇ ਕੋਲ ਇਨਫਰਾਸਟ੍ਰਕਚਰ ਵੀ ਹੋਊਗਾ, ਜੇ ਉੱਥੇ ਕੰਮ ਕਰਨ ਵਾਲੇ ਹੋਣਗੇ ਉਹਦਾ ਕੋਈ ਫਾਇਦਾ ਨਹੀਂ। ਹਸਪੀਟਲ ਬਣਾਏ ਦਾ ਵੀ ਕੋਈ ਫਾਇਦਾ ਨਹੀਂ ਜੇ ਆਪਣੇ ਕੋਲ ਡਾਕਟਰ ਨਰਸ ਨਾ ਹੋਣਗੇ। ਥੈਂਕ ਯੂ ਜੀ, ਥੈਂਕ ਯੂ। ਕੱਲ ਨੂੰ ਮਿਲਦੇ ਹਾਂ ਜੀ ਵਾਪਸ। ਸਤਿ ਸ਼੍ਰੀ ਅਕਾਲ।